ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਾਸੰਗ ਘੜੀਆਂ ਪ੍ਰਾਪਤ ਹਨ। ਆਓ ਜੋ ਲੜੀਵਾਰ ਇਤਿਹਾਸ ਕਥਾ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਦੁਆਰਾ ਲਿਖਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਕੱਲ ਆਪਾਂ ਇਹ ਪ੍ਰਸੰਗ ਸਰਵਣ ਕੀਤਾ। ਇਹ ਕਿਵੇਂ ਗੁਰੂ ਸਾਹਿਬ ਨੇ ਭਾਈ ਸੱਚਨ ਸੱਚ ਤੇ ਬਖਸ਼ਿਸ਼ਾਂ ਕੀਤੀਆਂ। ਫਿਰ ਗੁਰੂ ਸਾਹਿਬ ਨੇ ਸਤੀ ਪ੍ਰਥਾ ਜਿਹੜੀ ਸੀ ਉਸ ਨੂੰ ਬੰਦ ਕਰਵਾਇਆ ਤੇ ਨਾਲ ਹੀ ਅਕਬਰ ਬਾਦਸ਼ਾਹ ਨੂੰ ਵੀ ਮਹਾਰਾਜ ਨੇ ਇਹ ਬਚਨ ਕਹੇ ਵੀ ਅਕਬਰ ਇਸ ਪ੍ਰਥਾ ਤੇ ਪਾਬੰਦੀ ਲਾ। ਇਸ ਤਰ੍ਹਾਂ ਕਿਸੇ ਜਿਉਂਦੀ ਇਸਤਰੀ ਨੂੰ ਚਿਖਾ ਦੇ ਵਿੱਚ ਸਾੜਨਾ ਇਹ ਠੀਕ ਨਹੀਂ। ਵਿਧਵਾ ਵਿਆਹ ਜਿਹੜਾ ਸੀ ਉਹ ਮਹਾਰਾਜ ਨੇ ਸ਼ੁਰੂ ਕਰਵਾਇਆ ਵੀ ਉਹਦੇ ਵਿੱਚ ਕੋਈ ਇਸਤਰੀ ਦਾ ਦੋਸ਼ ਨਹੀਂ। ਇਸ ਕਰਕੇ ਕੁਝ ਰੀਤਾਂ ਜਿਹੜੀਆਂ ਹਿੰਦੂ ਧਰਮ ਦੇ ਵਿੱਚ ਸਨਾਤਨ ਧਰਮ ਵਿੱਚ ਪਹਿਲਾਂ ਨਹੀਂ ਸਨ, ਉਹ ਰਾਜਾ ਸਲਵਾਨ ਜਦੋਂ ਯਮਨਾ ਨੇ ਯਵਨ ਯਈਏ ਨਾਲ ਜਿਹੜੇ ਸਨ ਮੁਸਲਮਾਨਾਂ ਦੀ ਉਹਨਾਂ ਤੇ ਜਿੱਤ ਹੋਈ, ਸਲਵਾਨ ਨੂੰ ਫੜ ਲਿਆ ਤੇ ਉਹ ਤੋਂ ਫਿਰ ਕੁਝ ਅਹਿਦਨਾਮੇ ਲਿਖਾਏ ਜਿਨ੍ਹਾਂ ਵਿੱਚ ਇਹ ਵੀ ਲਿਖਾਇਆ ਕਿ ਤੂੰ ਆਪਣੇ ਰਾਜ ਵਿੱਚ ਇਹ ਗੱਲ ਪ੍ਰਚਲਿਤ ਕਰ ਆਪਣੇ ਹਿੰਦੂਆਂ ਵਿੱਚ ਕਿ ਵਿਧਵਾ ਵਿਆਹ ਨਹੀਂ ਕੀਤੇ ਜਾਣਗੇ। ਇਹੋ ਜਿਹੀਆਂ ਕੁਝ ਰੀਤਾਂ ਉਤੋਂ ਲਿਖਵਾਈਆਂ ਗਈਆਂ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। ਧਰਮਾ ਅਵਤਾਰ ਸਤਿਗੁਰੂ ਜੀ ਨੇ ਭਾਈ ਸੱਚਨ ਸੱਚ ਦੀ ਸ਼ਾਦੀ ਕੀਤੀ। ਮਹਾਰਾਜ ਗੁਰੂ ਅਮਰਦਾਸ ਜੀ ਨੇ ਫਿਰ ਜੋੜਾ ਬਖਸ਼ਿਸ਼ ਕੀਤਾ ਹੈ, ਜੋ ਅੱਜ ਵੀ ਗੁਰਮੁਖੋ ਕਲਾ ਜਿਹੜੀ ਹੈ ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਰਤ ਰਹੀ ਹੈ। ਇਸ ਉਪਰੰਤ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ ਹੋਰ ਜਿਹੜਾ ਪ੍ਰਸੰਗ ਦੱਸਦੇ ਆ, ਕੱਲ ਆਪਾਂ ਇਹ ਵਿਚਾਰਿਆ
ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਗਰੀਬ ਨਵਾਜ ਪਾਤਸ਼ਾਹ ਦੀ ਹਜ਼ੂਰੀ ਵਿੱਚ ਭਾਈ ਫਿਰਿਆ ਜੀ, ਭਾਈ ਕਟਾਰਾ ਜੀ ਆਏ। ਗੁਰੂ ਮਹਾਰਾਜ ਦੇ ਦਰ ਤੇ ਸੇਵਾ ਕਰਦੇ ਰਹੇ। ਮਹਾਰਾਜ ਨੇ ਇੱਕ ਦਿਨ ਕਿਹਾ, ਭਾਈ ਕਿਹੜਾ ਇਲਾਕਾ ਹੈ, ਕੀ ਉੱਥੋਂ ਦਾ ਉਪਦੇਸ਼ ਹੈ? ਦੱਸਿਆ ਮਹਾਰਾਜ ਜੀ, ਜਿਹੜਾ ਸਾਡਾ ਇਲਾਕਾ ਹੈ ਉੱਥੇ ਜੈਨ ਮਤ ਦਾ ਪ੍ਰਭਾਵ ਹੈ, ਜੋ ਕਿ ਨਾਸਤਿਕ ਮਤ ਹੈ। ਉਹ ਪਰਮੇਸ਼ਰ ਨੂੰ ਨਹੀਂ ਮੰਨਦੇ ਹਨ ਤੇ ਪ੍ਰੇਮਾ ਭਗਤੀ ਵਾਹਿਗੁਰੂ ਪ੍ਰਮਾਤਮਾ ਦੀ ਹਿਰਦੇ ਵਿੱਚ ਨਹੀਂ ਵਸਾਉਂਦੇ। ਗੁਰੂ ਸਾਹਿਬ ਨੇ ਕਿਹਾ, ਤੁਸੀਂ ਆਪਣੇ ਇਲਾਕੇ ਵਿੱਚ ਜਾ ਕੇ ਸੱਚੇ ਨਾਮ ਦਾ ਉਪਦੇਸ਼ ਦੇਵੋ। ਕਹਿੰਦੇ ਮਹਾਰਾਜ ਵੀ ਉੱਥੇ ਤਾਂ ਜੰਤਰਾਂ ਮੰਤਰਾਂ ਦਾ ਬਲ ਹੈ, ਜਾਂ ਤਾਂ ਫਿਰ ਸਾਨੂੰ ਕਿਰਪਾ ਕਰੋ, ਸ਼ਕਤੀਆਂ ਬਖਸ਼ਿਸ਼ ਕਰੋ, ਨਹੀਂ ਤਾਂ ਜੰਤਰਾਂ ਮੰਤਰਾਂ ਅੱਗੇ ਕੋਈ ਉਹਨਾਂ ਦੇ ਟਿਕ ਨਹੀਂ ਸਕਦਾ। ਗੁਰੂ ਸਾਹਿਬ ਨੇ ਕਿਰਪਾ ਕਰਤੀ। ਮਹਾਰਾਜ ਕਹਿੰਦੇ ਤੁਹਾਡੇ ਤੇ ਉਹਨਾਂ ਦੇ ਜੰਤਰ ਮੰਤਰ ਨਹੀਂ ਚੱਲ ਸਕਦੇ, ਜਾ ਕੇ ਉਹ ਜਿਹੜਾ ਨਾਸਤਿਕਾਂ ਦਾ ਮੱਠ ਜਿਹਾ ਹੈ ਉਹਨੂੰ ਢਾਹ ਦਿਓ, ਤੇ ਜੈਨੀ ਤੁਹਾਨੂੰ ਦੇਖ ਵੀ ਨਹੀਂ ਸਕਣਗੇ। ਔਰ ਧਰਮਸਾਲ ਬਣਵਾਓ, ਧਰਮਸਾਲ ਸਭ ਗ੍ਰਾਮ ਕਰਾਵੋ, ਭਜਨ ਸੋ ਕੀਰਤਨ ਕਰ ਸੁਖ ਪਾਵੋ। ਨਾਮਦਾਨ ਇਸ਼ਨਾਨ ਦਰੜਾਏ, ਪਾਵਨ ਦੇਸ਼ ਕਰੋ ਸਭ ਜਾਏ। ਉਸ ਦੇਸ਼ ਨੂੰ ਵੀ ਸਾਰੇ ਨੂੰ ਜਾ ਕੇ ਪਵਿੱਤਰ ਕਰੋ। ਇਹ ਭਾਈ ਫਿਰਿਆ, ਭਾਈ ਕਟਾਰਾ ਨੂੰ ਗੁਰੂ ਅਮਰਦਾਸ ਜੀ ਨੇ ਬਚਨ ਕਹੇ। ਇੱਥੇ ਤੱਕ ਕੱਲ ਆਪਾਂ ਇਤਿਹਾਸ ਪੜ੍ਹਿਆ ਸੁਣਿਆ, ਅੱਗੇ ਪ੍ਰੇਮ ਤੇ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਨ ਮਿਲਹਿ ਨਰ ਗਨ ਤੁਮ ਜੋਏ। ਸਤਿਗੁਰਾਂ ਬਚਨ ਕੀਤਾ ਭਾਈ ਫਿਰਿਆ, ਭਾਈ ਕਟਾਰਾ, ਅਨਗਨ ਅਨੇਕਾਂ ਹੀ ਲੋਕ ਜਿਹੜੇ ਹਨ ਤੁਹਾਨੂੰ ਆ ਕੇ ਮਿਲਣਗੇ। ਪੂਜੈ ਚਰਨ ਬਿਨਾ ਕਹਿ ਸੋਏ। ਤੇ ਇਉਂ ਤੁਹਾਡੇ ਚਰਨ ਪੂਜਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡਾ ਸਤਿਕਾਰ ਕਰਨਗੇ ਤੇ ਸੋਭਾ ਹੋਵੇਗੀ। ਇਮ ਕਹਿ ਨਿੱਧ ਸਿੱਧ ਗੁਰ ਦੀਨਸ। ਇਸ ਤਰ੍ਹਾਂ ਮਹਾਰਾਜ ਨੇ ਨਿੱਧੀਆਂ ਸਿੱਧੀਆਂ ਬਖਸ਼ਿਸ਼ ਕਰ ਦਿੱਤੀਆਂ। ਦੇ ਬਰਦਾਨ ਬਿਦਾ ਜੁਗ ਕੀਨਸ। ਇਹ ਬਰ ਬਚਨ ਦੇ ਕਰਕੇ ਦੋਵਾਂ ਨੂੰ ਵਿਦਾ ਕੀਤਾ ਹੈ। ਨਮਸਕਾਰ ਕਰ ਧਰ ਪਗ ਧਿਆਨ। ਉਹਨਾਂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਚਰਨਾਂ ਦਾ ਧਿਆਨ ਧਰਿਆ। ਪ੍ਰਭ ਆਗਿਆ ਤੇ ਕੀਨਸ ਪਿਆਨ। ਗੁਰੂ ਅਮਰਦਾਸ ਜੀ ਦੀ ਆਗਿਆ ਪਾ ਕੇ ਇਥੋਂ ਚੱਲਣਾ ਕੀਤਾ ਹੈ। ਵੱਡ ਜਹ ਨੀਕੇ ਮਨ ਤਹਿ ਗਏ। ਤੇ ਉਸ ਜਗ੍ਹਾ ਵੱਡ ਜਹ ਨੀਕੇ, ਜਿੱਥੇ ਭਾਈ ਇਉਂ ਮਹਾਨ ਹੋ ਕਰਕੇ ਇਹ ਜਿਨ੍ਹਾਂ ਦੇ ਚੰਗੇ ਮਨ ਹਨ ਤਹਿ ਗਏ, ਉਸ ਆਪਣੇ ਇਲਾਕੇ ਵਿੱਚ ਚਲੇ ਗਏ ਹਨ। ਧਾਰਨ ਤਰਾਸ ਦੇਤ ਤਿਸ ਭਏ। ਤੇ ਉੱਥੇ ਫਿਰ ਜਿਹੜੇ ਦੁੱਖ ਵਗੈਰਾ ਉਹੇ ਜੇ ਇਹਨਾਂ ਨੂੰ ਜਿਹੜੇ ਹੈ ਤਰਾਸ ਡਰ ਵਗੈਰਾ ਦੇਣਾ ਸ਼ੁਰੂ ਕੀਤਾ, ਜਾਂ ਇਹਨਾਂ ਨੇ ਫਿਰ ਦਾਰਨ ਤਰਾਸ ਭਿਆਨਕ ਜੇ ਡਰ ਉਹਨਾਂ ਨੂੰ ਦਿਖਾਏ ਹਨ। ਤਬ ਤਿਨ ਜੰਤਰ ਮੰਤਰ ਬਲ ਲਾਵਾ। ਇਹਨਾਂ ਗੁਰਸਿੱਖਾਂ ਤੇ ਉੱਥੋਂ ਦੇ ਲੋਕਾਂ ਨੇ ਆਪਣੇ ਜੰਤਰਾਂ ਮੰਤਰਾਂ ਦਾ ਬਲ ਲਾਇਆ ਹੈ। ਉਲਟ ਪਰਿਓ ਜੈਨੀ ਦੁੱਖ ਪਾਵਾ। ਜਿਹੜਾ ਗੁਰਮੁਖੋ ਗੁਰੂ ਸਾਹਿਬ ਨਾਲ ਜੁੜ ਜੇ, ਬਾਣੀ ਨਾਲ ਜੁੜ ਜੇ, ਇਹ ਏਡੀ ਕਿਰਪਾ ਹੁੰਦੀ ਹੈ ਕਿ ਦੇਖੋ ਉਹ ਆਪਣੇ ਜੰਤਰ ਮੰਤਰ ਕਰਨ, ਉਲਟਾ ਉਹਨਾਂ ਤੇ ਪੈ ਜਾਣ ਤੇ ਉਹ ਸਗੋਂ ਜਿਹੜੇ ਜੈਨੀ ਸੀ ਉਹ ਦੁਖੀ ਹੋਣ, ਵੱਡੇ ਦੁੱਖ ਪਾਉਣ ਆਪਣੀ ਜੰਤਰਾਂ ਮੰਤਰਾਂ ਤੋਂ। ਇਹ ਇਤਨੀ ਵੱਡੀ ਕਿਰਪਾ ਹੈ ਕਿ ਕੋਈ ਵੀ ਕਿੱਡਾ ਕੋਈ ਜੰਤਰ ਮੰਤਰ ਕਰਨ ਵਾਲਾ ਹੈ, ਉਹ ਗੁਰਬਾਣੀ ਪੜ੍ਹਨ ਵਾਲੇ ਤੇ ਨਹੀਂ ਅਸਰ ਹੋ ਸਕਦਾ। ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਕਿੱਡਾ ਕੋਈ ਜੰਤਰ ਕਰੇ। ਇਹੋ ਜਿਹੇ ਗੁਰਮੁਖ ਪਿਆਰਾ ਇੱਕ ਮਿਲਿਆ ਸੀ, ਉਹ ਕਹਿੰਦੇ ਕਲਕੱਤੇ ਦੁਕਾਨ ਸੀ
ਤੇ ਉੱਥੇ ਇਹ ਤਾਂ ਬਾਹਲੀਆਂ ਪਹਿਲਾਂ ਦੀਆਂ ਗੱਲਾਂ ਨਹੀਂ, ਹੁਣ ਦੀਆਂ ਗੱਲਾਂ। ਜੰਤਰ ਮੰਤਰ ਜੇ ਸਨ, ਉਹ ਫਿਰ ਅੱਗ ਲਾ ਦਿਆ ਕਰਦਾ ਸੀ, ਕਿਸੇ ਨੂੰ ਟਿਕਣ ਨਹੀਂ ਸੀ ਦਿੰਦੇ। ਹੋਰ ਉੱਥੇ ਇੱਕ ਫਿਰ ਗੁਰਮੁਖ ਪਿਆਰਾ ਮੂਲ ਮੰਤਰ ਦਾ ਅਭਿਆਸੀ ਸੀ, ਤੇ ਉਹਨੂੰ ਵੀ ਕਿਹਾ ਵੀ ਇਹ ਤਾਂ ਦੁਕਾਨ ਉਹਨੇ ਉੱਥੇ ਲੈ ਲਈ, ਕਹਿੰਦੇ ਤੈਨੂੰ ਟਿਕਣ ਤਾਂ ਦੇਣਾ ਨਹੀਂ ਇੱਥੇ, ਇਹ ਤਾਂ ਆਪਦਾ ਲਿਆਉਂਦੇ ਆ ਇੱਕ ਜੰਤਰ ਮੰਤਰ ਪੜਨ ਵਾਲਾ, ਉਹ ਦੂਰ ਬੈਠਾ ਜੰਤਰ ਮੰਤਰ ਜੇ ਪੜ ਦਿੰਦਾ ਤੇ ਕੋਈ ਸਰਦਾਰ ਆਉਂਦਾ ਉਹਦੀ ਦੁਕਾਨ ਮਚਾ ਦਿੰਦਾ ਸੀ। ਇਸ ਕਰਕੇ ਉਹ ਆਪਦੇ ਇਲਾਕੇ 'ਚ ਉਸ ਸਮੇਂ ਕਿਸੇ ਸਰਦਾਰ ਸਿੱਖ ਨੂੰ ਟਿਕਣ ਨਹੀਂ ਸੀ ਦਿੰਦੇ। ਉਹ ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨੇ ਦੁਕਾਨ ਸ਼ੁਰੂ ਕਰਤੀ। ਸੋਹਣਾ ਕੰਮ ਜੋ ਚੱਲਿਆ ਤੇ ਉਹ ਈਰਖਾ ਕਰਨ ਵਾਲਿਆਂ ਨੇ ਲਿਆਂਦਾ, ਇਹ ਆ ਜੰਤਰ ਮੰਤਰ ਜੇ ਮਾਰ, ਤੇ ਉਹਨੂੰ ਪਤਾ ਲੱਗ ਗਿਆ ਜੰਤਰ ਮੰਤਰ ਕਰਨ ਵਾਲਾ ਲਿਆਂਦਾ, ਉਹ ਦੂਰ ਬੈਠਾ ਜੰਤਰ ਮੰਤਰ ਪੜਨ ਲੱਗ ਗਿਆ। ਇਧਰੋਂ ਗੁਰਸਿੱਖ ਨੇ ਮੂਲ ਮੰਤਰ ਇੱਕ ਓੰਕਾਰ ਤੋਂ ਨਾਨਕ ਹੋਸੀ ਭੀ ਸੱਚ ਤੱਕ ਪੜਨਾ ਸ਼ੁਰੂ ਕਰਤਾ। ਹੁਣ ਉਹ ਅਭਿਆਸੀ ਸੀ ਉਹਦਾ। ਇਹਦਾ ਕਾਰਨ ਕੀ ਹੈ ਵੀ ਅਸੀਂ ਅਭਿਆਸੀ ਹੈ ਨਹੀਂ, ਤੇ ਫਿਰ ਕਈ ਵਾਰ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਕਹਿੰਦੇ ਜਿਵੇਂ ਪੜਿਆ ਤਾਂ ਸੀ, ਕੋਈ ਗੱਲ ਤਾਂ ਬਣੀ ਨਹੀਂ। ਭਾਈ ਜੀਵਨ 'ਚ ਅਭਿਆਸੀ ਵੀ ਹੋਵੇ, ਇਉਂ ਨਹੀਂ ਹੈ ਵੀ ਮੂੰਹ ਨਹੀਂ ਕਰਨਾ ਇੱਧਰ ਨੂੰ, ਤੇ ਜਦੋਂ ਲੋੜ ਪੈ ਜੇ ਉਹ ਕਦੋਂ ਕੋਈ ਕਹੇ ਵੀ ਮੈਂ ਹੁਣ ਪੜ੍ਹ ਲੈਂਦਾ ਨਹੀਂ। ਉਹ ਵੀ ਜੀਵਨ ਦਾ ਅਭਿਆਸੀ ਬਣਨਾ ਹੈ, ਫੇਰ ਨਹੀਂ ਇਹ ਕੰਮ ਉਹ ਤੇ ਕਰ ਸਕਦਾ ਕੋਈ ਵੀ ਜੰਤਰ ਮੰਤਰ। ਜਿਹੜਾ ਕੋਈ ਅਭਿਆਸੀ ਪੁਰਸ਼ ਹੈ ਉਹ ਹੁਣ ਪੜ੍ਹਦਾ ਸੀ, ਨਿਤਨੇਮੀ ਸੀ, ਉਹਨੇ ਬੈਠੇ ਨੇ ਪੜ੍ਹਨਾ ਸ਼ੁਰੂ ਕਰਤਾ। ਤੇ ਉਹ ਇਹੋ ਜਿਹਾ ਹੋਇਆ, ਜਦੋਂ ਜੰਤਰ ਮੰਤਰ ਜੇ ਉਹਨੇ ਕੀਤੇ, ਕਿੱਥੇ ਤਾਂ ਅੱਗ ਦੁਕਾਨ ਨੂੰ ਲਾਉਣੀ ਸੀ, ਕਿੱਥੇ ਉਹਦੇ ਆਪ ਨੂੰ ਲੱਗ ਗਈ। ਭੱਜਿਆ ਫਿਰੇ, ਬਚਾ ਲਓ ਮੈਨੂੰ। ਫਿਰ ਉਹ ਚਰਨਾਂ 'ਚ ਡਿੱਗਿਆ ਉਹ ਸਰਦਾਰ ਦੇ ਸਿੱਖ ਦੇ। ਕਹਿੰਦਾ ਵੀ ਕਿਹੜਾ ਇਹੋ ਜਿਹਾ ਕਲਾਮ ਹੈ ਤੂੰ ਪੜ੍ਹਦਾ, ਮੇਰੇ ਜੰਤਰ ਮੰਤਰ ਫੇਲ ਕਰਤੇ। ਕਹਿੰਦਾ ਵੀ ਅਸੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਗੁਰੂ ਸਾਹਿਬਾਂ ਨੇ ਮੂਲ ਮੰਤਰ ਪੜ੍ਹਦੇ ਆ, ਇਹਦੇ ਦੀ ਇਹੀ ਕਿਰਪਾ ਹੈ, ਹੋਰ ਕੋਈ ਜੰਤਰ ਮੰਤਰ ਨਹੀਂ ਹੈ। ਐਡੀ ਕਿਰਪਾ। ਕਹਿੰਦੇ ਵੀ ਇਹ ਤੋਂ ਫਿਰ ਇਹ ਬਹੁਤ ਵੱਡਾ ਮੰਤਰ ਹੈ, ਉਹ ਆਪ ਮੰਨਿਆ ਜੰਤਰੀ ਮੰਤਰ ਕਰਨ ਵਾਲਾ। ਇਹਦੇ ਸਾਹਮਣੇ ਕੋਈ ਜੰਤਰ ਮੰਤਰ ਟਿਕ ਨਹੀਂ। ਮੈਂ ਤਾਂ ਪੂਰੇ ਸਿਰੇ ਦੇ ਮੰਤਰ ਪੜ੍ਹੇ ਪਰ ਅਸਰ ਨਹੀਂ ਕਰ ਸਕੇ। ਜਾਂ ਫਿਰ ਹੋਰ ਵੀ ਜਿਹੜੇ ਨਾਲੇ ਦਾਲੇ ਦੇ ਦੁਕਾਨਦਾਰ ਸੀ ਉਹ ਫਿਰ ਭੈ ਖਾ ਗਏ, ਤੇ ਮੁੜ ਕੇ ਫਿਰ ਉਸੇ ਹੀ ਸਰਦਾਰ ਜੀ ਨੂੰ ਹੱਥ ਬੰਨਿਆ ਕਰਨ ਕਿ ਤੁਹਾਡੀ ਕਿਰਪਾ ਚਾਹੀਦੀ ਹੈ ਜੀ, ਬਸ ਮਿਹਰ ਰੱਖਿਓ ਤੁਸੀਂ। ਉਹਨਾਂ ਨੂੰ ਲੱਗ ਗਿਆ ਪਤਾ ਵੀ ਇਹ ਕੋਈ ਐਵੇਂ ਤਾਂ ਹੈ ਨਹੀਂ। ਕਹਿਣ ਦਾ ਭਾਵ ਹੈ ਕਿਤੇ ਵੀ ਕੋਈ ਮੁਸੀਬਤ ਵਿੱਚ ਵੀ ਹੈ ਕੋਈ ਐਸਾ, ਤਾਂ ਮੂਲ ਮੰਤਰ ਪਾਠ ਕਰਦਿਆਂ ਕੋਈ ਆਦੀ ਵਿਆਦੀ ਉਪਾਦੀ ਨੇੜੇ ਨਹੀਂ ਆਉਂਦੀ ਹੈ। ਇਹ ਫਿਰ ਐਸੇ ਅਭਿਆਸੀ ਬਣ ਗਏ। ਤਾਂ ਉਹਨਾਂ ਨੇ ਤਬ ਤਿੰਨ ਜੰਤਰ ਮੰਤਰ ਬਲ ਲਾਵਾ, ਜੰਤਰਾਂ ਮੰਤਰਾਂ ਦਾ ਬਲ ਲਾਇਆ। ਉਲਟ ਪਰਿਓ ਜੈਨੀ ਦੁੱਖ ਪਾਵਾ, ਉਲਟਾ ਉਹਨੂੰ ਹੀ ਪੈ ਗਿਆ। ਤੇ ਉਹ ਜਿਹੜਾ ਜੈਨੀ ਮਹੰਤ ਸੀ ਉਸ ਨੂੰ ਭਾਈ ਉਹਨੇ ਦੁੱਖ ਪਾਇਆ, ਵੱਡਾ ਉਹੀ ਦੁਖੀ ਹੋਇਆ। ਅਗਨ ਲੱਗੀ ਤਬ ਮਨੋ ਬਿਸਾਲਾ, ਉਹਦੇ ਮਨ ਵਿੱਚ ਫਿਰ ਬਹੁਤੀ ਅੱਗ ਲੱਗ ਗਈ। ਨਿਜ ਤੇ ਵੱਡੋ ਜਾਨ ਤਿਸ ਕਾਲਾ, ਉਸ ਸਮੇਂ ਜਾਣ ਲਿਆ ਵੀ ਇਹ ਤਾਂ ਮੇਰੇ ਨਾਲੋਂ ਵੀ ਵੱਡੇ ਹਨ। ਭਇਓ ਮਹੰਤ ਭਲਾਵਨ ਤਬੈ, ਜਿਹੜਾ ਮਹੰਤ ਸੀ ਉਸ ਸਮੇਂ ਉਹ ਭੱਜ ਗਿਆ। ਜੈਨੀ ਅਪਰ ਭਾਗ ਗੇ ਸਭੈ, ਤੇ ਹੋਰ ਜਿਹੜੇ ਜੈਨੀ ਸੀ ਉਹ ਵੀ ਸਾਰੇ ਭੱਜ ਗਏ। ਦੇਖ ਬਾਜ ਕੋ ਖਗ ਜਿਮ ਭੱਜੇ, ਜਿਵੇਂ ਬਾਜ ਨੂੰ ਦੇਖ ਕੇ ਹੋਰ ਪੰਛੀ ਭੱਜ ਜਾਂਦੇ ਹਨ। ਜਨ ਮ੍ਰਿਗ ਚੱਲੇ ਕੇ ਹਰੀ ਗਾਜੇ, ਜਾਂ ਇਉਂ ਭੱਜ ਚੱਲੇ ਜਿਵੇਂ ਸ਼ੇਰ ਗਰਜੇ ਤੋਂ ਜਿਹੜੇ ਮ੍ਰਿਗ ਵਗੈਰਾ ਹੋਰ ਹਰਨ ਦੌੜ ਜਾਂਦੇ ਹਨ। ਤਿਸ ਮੱਠ ਕੋ ਕਰ ਭਗਨ ਗਿਰਾਵਾ, ਉਹ ਮੱਠ ਨੂੰ ਭੰਨ ਕੇ ਫਿਰ ਗਿਰਾਇਆ ਗਿਆ। ਵੇਖ ਲੋਗਨ ਕੋ ਗਨ ਤਬ ਆਵਾ, ਤਾਂ ਉਸ ਸਮੇਂ ਲੋਕ ਜਿਹੜੇ ਸਨ ਬਹੁਤ ਦੇਖਣ ਵਾਸਤੇ ਪਹੁੰਚੇ। ਕਰ ਵਿਚਾਰ ਨਰ ਕਰਤ ਉਚਾਰੀ, ਲੋਕੀ ਵਿਚਾਰਾਂ ਕਰਦੇ ਆਪਸ ਵਿੱਚ ਉਹ ਕਹਿੰਦੇ ਹਨ, ਜੈਨੀ ਪੀਰ ਹਮਾਰੋ ਭਾਰੀ।
ਵੀ ਜਿਹੜਾ ਸਾਡਾ ਜੈਨੀ ਪੀਰ ਸੀ ਉਹ ਤਾਂ ਬਹੁਤ ਵੱਡਾ ਸੀ। ਇਨ ਕੋ ਦੇਖ ਸੋ ਗਇਓ ਪਲਾਈ। ਪਰ ਦੇਖੋ ਇਹਨਾਂ ਨੂੰ ਵੇਖ ਕੇ ਉਹ ਵੀ ਭੱਜ ਗਿਆ ਹੈ। ਮਹਾਬਲੀ ਇਹੋ ਪਰਹਿ ਲਖਾਈ। ਇਹ ਤਾਂ ਕੋਈ ਬਹੁਤ ਵੱਡੇ ਬਲੀ ਜਾਣੇ ਜਾਂਦੇ ਹਨ। ਨਿਕਟ ਚੱਲੋ ਬੂਝੋ ਅਬ ਇਨੈ। ਚਲੋ ਕੋਲ ਚੱਲੀਏ ਇਹਨਾਂ ਨੂੰ ਪੁੱਛਦੇ ਹਾਂ। ਹੈ ਇਹੋ ਕੌਣ ਪਠਾਏ ਕਿਨੈ। ਇਹ ਕੌਣ ਨੇ, ਪੁੱਛੀਏ ਕਿਹਨੇ ਇਹਨਾਂ ਨੂੰ ਭੇਜਿਆ ਹੈ। ਗੁਰ ਜੈਨੀ ਕਾ ਮਠ ਜਿਨ ਗੇਰਾ। ਜਿਨ੍ਹਾਂ ਨੇ ਸਾਡੇ ਜੈਨੀ ਗੁਰੂ ਦਾ ਹੀ ਮਠ ਜਿਹੜਾ ਉਹ ਢਾ ਦਿੱਤਾ। ਡਰੇ ਨਹੀਂ ਤੈਨ ਤੇਜ ਵਡੇਰਾ। ਦੇਖੋ ਉਹਦਾ ਕਿੱਡਾ ਵੱਡਾ ਤੇਜ ਸੀ, ਉਹ ਤੋਂ ਵੀ ਇਹ ਡਰੇ ਨਹੀਂ ਹਨ। ਜਬ ਨਰ ਮਿਲ ਆਏ ਸਮੁਦਾਏ। ਜਦੋਂ ਸਾਰੇ ਲੋਕੀ ਇਕੱਠੇ ਹੋ ਕੇ ਆਏ ਮਿਲੇ। ਇਨ ਦੋਨੋਂ ਗੁਰ ਸ਼ਬਦ ਸੁਗਾਏ। ਤਾਂ ਇਹ ਭਾਈ ਫਿਰੀਆ ਤੇ ਕਟਾਰਾ ਦੋਵਾਂ ਨੇ ਗੁਰੂ ਦੇ ਸ਼ਬਦ ਗਾਉਣੇ ਸ਼ੁਰੂ ਕੀਤੇ। ਭਜਨ ਕੀਰਤਨ ਸੁਨ ਕਰ ਸਾਰੇ। ਤਾਂ ਉਹ ਲੋਕ ਸਾਰੇ ਭਜਨ ਕੀਰਤਨ ਜਦੋਂ ਸੁਣਿਆ ਹੈ। ਭਏ ਨਰਮ ਮੁਖ ਨਮੋ ਉਚਾਰੇ। ਸਾਰਿਆਂ ਦੇ ਹਿਰਦੇ ਦਰਵ ਗਏ, ਨਰਮ ਹੋ ਗਏ, ਮੁਖੋਂ ਨਮਸਕਾਰਾਂ ਕਰਦੇ ਹਨ। ਪ੍ਰੇਮ ਵਧਿਓ ਸਭ ਭਾਵੋ ਕਰਨ ਤੇ। ਇਸ ਤਰ੍ਹਾਂ ਸੰਗਤਾਂ ਦਾ ਇਹਨਾਂ ਨਾਲ ਪ੍ਰੇਮ ਵੱਧ ਗਿਆ। ਸਾਰੇ ਭਾਵਨਾ ਸਤਿਕਾਰ ਕਰਨ ਲੱਗੇ। ਨਿਕਟ ਹੋਏ ਇੱਕ ਮਨੋ ਸੁਣੰਤੇ। ਕੋਲ ਹੋ ਕੇ ਇੱਕ ਮਨ ਹੋ ਕੇ ਗੁਰਬਾਣੀ ਸ਼ਬਦ ਸੁਣਦੇ ਹਨ। ਸਤਿਗੁਰ ਬਰ ਤੇ ਭੇ ਸਿੱਖ ਆਏ। ਗੁਰੂ ਸਾਹਿਬ ਦੇ ਬਰ ਬਚਨਾਂ ਨਾਲ ਇਹ ਸਿੱਖ ਇੱਥੇ ਆਏ। ਸਤਿਨਾਮ ਇਨ ਮੰਤਰ ਦ੍ਰਿੜਾਏ। ਤੇ ਸੱਚੇ ਨਾਮ ਦਾ ਸਤਿਨਾਮ ਵਾਹਿਗੁਰੂ ਮੰਤਰ ਸਾਰਿਆਂ ਨੂੰ ਦ੍ਰਿੜ ਕਰਵਾਇਆ ਹੈ। ਗੁਰਮੁਖ ਭਏ ਭਗਤ ਕੋ ਲਾਗੇ। ਲੋਕ ਜਿਹੜੇ ਸਨ ਫਿਰ ਉਹ ਹੁਣ ਗੁਰਮੁਖ ਰਸਤੇ ਤੇ ਚੱਲ ਪਏ, ਗੁਰੂ ਦੇ ਬਣ ਗਏ, ਗੁਰਮੁਖ ਹੋ ਗਏ, ਭਗਤੀ ਵਿੱਚ ਲੱਗ ਗਏ। ਧੀਰਗ ਤਾਲ ਭਾਗ ਜਿਨ ਜਾਗੇ। ਮੱਥੇ ਦੇ ਭਾਈ ਵੱਡੇ ਭਾਗ ਜਿਨ੍ਹਾਂ ਦੇ ਜਾਗ ਪਏ। ਮਨ ਬਾਂਛਤ ਜੋ ਜਾਚਤ ਜਬੈ। ਤੇ ਫਿਰ ਇਹਨਾਂ ਕੋਲੇ ਆ ਕੇ ਲੋਕੀ ਜਿਹੜਾ ਕੋਈ ਮਨ ਵਿੱਚ ਇੱਛਾ ਹੁੰਦੀ ਕੁਝ ਵੀ ਮੰਗਦੇ ਹਨ। ਇਨ ਕੇ ਬਰ ਤੇ ਪ੍ਰਾਪਤ ਤਬੈ। ਤਾਂ ਉਹ ਇਹਨਾਂ ਨੇ ਬਚਨ ਕਰ ਦੇਣਾ। ਇਹਨਾਂ ਦੇ ਬਚਨਾਂ ਦੇ ਨਾਲ ਉਹ ਜਿਹਨੇ ਕੋਈ ਮੰਗ ਹੁੰਦੀ ਉਹ ਪੂਰੀ ਹੋ ਜਾਂਦੀ। ਧਰਮਸਾਲ ਸੁੰਦਰ ਬਨਵਾਈ। ਇਉਂ ਲੋਕਾਂ ਦੀ ਭਾਵਨਾ ਜੁੜ ਗਈ ਤੇ ਫਿਰ ਸੋਹਣੀ ਸੁੰਦਰ ਇੱਕ ਧਰਮਸਾਲ ਉੱਥੇ ਬਣਵਾਈ। ਸਤ ਸੰਗਤ ਨਿਤ ਹੋਇ ਸਮੁਦਾਈ। ਜਿੱਥੇ ਭਾਈ ਹਮੇਸ਼ਾ ਇਕੱਠੇ ਹੁੰਦੇ ਤੇ ਰੋਜ਼ ਸਤਸੰਗ ਹੁੰਦੀ ਹੈ। ਅਪਰ ਹੁਤੇ ਮਠ ਜਿਸ ਜਿਸ ਥਾਨ। ਫੇਰੂ ਲੋਕਾਂ ਨੇ ਆਪ ਹੀ ਜਿੱਥੇ ਜਿੱਥੇ ਵੀ ਜੈਨੀਆਂ ਦੇ ਮਠ ਸਨ। ਘਰ ਘਰ ਭਗਨ ਦੀਏ ਬਚਮਾਨ। ਇਹਨਾਂ ਗੁਰਸਿੱਖਾਂ ਦੇ ਬਚਨ ਮੰਨ ਕੇ ਉਹ ਸਾਰੇ ਭੰਨ ਤੋੜ ਕਰ ਦਿੱਤੀ। ਤਾਹਾਂ ਸੋ ਧਰਮਸਾਲ ਬਨਵਾਈ। ਉੱਥੇ ਹੁਣ ਧਰਮਸਾਲਾਂ ਸਾਰੇ ਜਗ੍ਹਾ ਤੇ ਧਰਮ ਸਥਾਨ ਬਣਾ ਦਿੱਤੇ। ਨਾਮ ਦਾਨ ਇਸ਼ਨਾਨ ਦ੍ਰਿੜਾਈ। ਜਿੱਥੇ ਨਾਮ ਦਾਨ ਇਸ਼ਨਾਨ ਇਹ ਦ੍ਰਿੜ ਕਰਵਾਇਆ ਜਾਂਦਾ। ਜੰਤਰ ਮੰਤਰ ਤਹਿ ਤੇ ਕਰ ਦੂਰ। ਉਸ ਦੇਸ਼ ਵਿੱਚੋਂ ਜੰਤਰ ਮੰਤਰ ਜਿਹੜੇ ਸਨ ਉਹ ਦੂਰ ਕਰਕੇ ਦੇਸ਼ ਬਿਦਤ ਸਿੱਖੀ ਸੁਖ ਪੂਰ। ਤੇ ਉਹ ਦੇਸ਼ ਦੇ ਵਿੱਚ ਭਾਈ ਸਿੱਖੀ ਦਾ ਵਿਸਥਾਰ ਹੋਇਆ ਸੁਖ ਪੂਰਵਕ। ਦੁਰਮਤ ਸਭ ਕੀ ਕੀਨ ਵਿਨਾਸ਼। ਤੇ ਸਾਰਿਆਂ ਦੀ ਜਿਹੜੀ ਖੋਟੀ ਮਤ ਮੈਲ ਸੀ ਇਹ ਦੂਰ ਕਰ ਦਿੱਤੀ। ਗੁਰਮਤ ਸਭ ਮਹਿ ਹੋਈ ਪ੍ਰਕਾਸ਼।
ਸਾਰਿਆਂ ਦੇ ਅੰਦਰ ਗੁਰੂ ਮਹਾਰਾਜ ਦੀ ਮੱਤ ਜਿਹੜੀ ਹੈ ਉਹ ਪ੍ਰਕਾਸ਼ ਹੋ ਗਈ। ਫਿਰੀਏ ਕਟਾਰੇ ਇਸ ਬਿਧ ਦੇਸ, ਭਾਈ ਫਿਰੀਏ ਨੇ, ਭਾਈ ਕਟਾਰਾ ਜੀ ਨੇ ਇਸ ਤਰ੍ਹਾਂ ਉਸ ਦੇਸ਼ ਵਿੱਚ ਸਤਿਨਾਮ ਦੀਨਸ ਉਪਦੇਸ਼, ਸਤਿਨਾਮ ਵਾਹਿਗੁਰੂ ਦਾ ਇਉਂ ਸੱਚੇ ਨਾਮ ਦਾ ਉਪਦੇਸ਼ ਦਿੱਤਾ ਹੈ। ਕਬ ਕਬ ਦਰਸ਼ਨ ਗੁਰ ਕੋ ਆਵੇ, ਤੇ ਕਦੇ ਕਦੇ ਇਹ ਗੁਰਸਿੱਖ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਨ ਆਉਂਦੇ ਹਨ। ਪੂਜਨ ਕਰ ਪੁਨ ਤਾਹਾਂ ਸਿਧਾਵੇ, ਮਹਾਰਾਜ ਦੇ ਚਰਨਾਂ ਦਾ ਪੂਜਨ ਕਰਦੇ ਆ, ਕੋਈ ਦਿਨ ਰਹਿ ਕੇ ਫੇਰ ਉੱਥੇ ਚਲੇ ਜਾਂਦੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਏ ਮਹੱਲੇ, ਤੀਜੇ ਮਹੱਲੇ ਦੇ ਪੁਨਰ ਵਿਵਾਹ ਔਰ ਫਿਰੀਏ ਕਟਾਰੇ ਕੋ ਪ੍ਰਸੰਗ ਵਰਣਨ। ਇਹ ਪੁਨਰ ਵਿਆਹ, ਵਿਧਵਾ ਵਿਆਹ ਦਾ ਤੇ ਭਾਈ ਫਿਰੀਆ ਜੀ ਤੇ ਭਾਈ ਕਟਾਰਾ ਜੀ ਦਾ ਜਿਹੜਾ ਪ੍ਰਸੰਗ ਹੈ ਉਹ ਵਰਣਨ ਕੀਤਾ ਹੈ। ਨਾਮ ਖਸ਼ਟ ਦਸਮੋ ਮੰਦਰ ਹੈ, ਭਾਵੇਂ 16ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 17ਵੇਂ ਘਰ ਦਾ ਪ੍ਰਸੰਗ ਦੱਸਦੇ ਹਨ। ਇੱਕ ਬੇਨੀ ਪੰਡਤ ਹੁਤੋ, ਵਿਦਿਆ ਬਿਖੈ ਪ੍ਰਬੀਨ, ਇੱਕ ਬਹੁਤ ਹੀ ਵਿਦਵਾਨ ਬੇਣੀ ਪੰਡਤ ਸੀ, ਜਿਹੜਾ ਭਾਈ ਧਰਮ ਗ੍ਰੰਥਾਂ ਦੀ ਵਿਦਿਆ ਵਿੱਚ ਬਹੁਤ ਚਤਰ ਸਿਆਣਾ ਸੀ। ਨਿਆਏ ਆਦ ਸ਼ਾਸਤਰ ਜਿਤੇ, ਰਸਨਾ ਅਗਰ ਸੁਕੀਨ, ਤੇ ਐਡਾ ਵਿਦਵਾਨ ਸੀ। ਨਿਆਏ ਇਤਿਆਦਿਕ ਜਿੰਨੇ ਵੀ ਸ਼ਾਸਤਰ ਹੋਰ ਧਰਮ ਗ੍ਰੰਥ ਉਹਦੀ ਰਸਨਾ ਦੇ ਅੱਗੇ ਹੋਏ ਵੇ ਸੀ, ਭਾਵ ਰਸਨਾ ਨੂੰ ਐ ਕੰਠ ਸਨ, ਇੰਨਾ ਵਿਦਵਾਨ ਸੀ। ਚੌਪਈ ਦੇਸ਼ ਬਦੇਸ਼ਨ ਵਿਖੇ ਹਮੇਸ਼ਾ ਹੀ ਉਹ ਬੇਣੀ ਪੰਡਤ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਤ ਵਿਦਿਆ ਮਾਨ ਵਿਸ਼ੇਸ਼, ਇਉਂ ਵਿਚਰ ਕਰਕੇ ਤੁਰ ਫਿਰ ਕੇ ਵਿਦਿਆ ਦਾ ਜਿਹੜਾ ਮਾਣ ਸੀ ਉਹਨੂੰ ਵਿਸ਼ੇਸ਼ ਹਾਸਲ ਹੁੰਦਾ ਸੀ। ਜਹਾਂ ਪਠਤ ਵਿਦਿਆ ਸੁਨ ਲੇਹ, ਜਿੱਥੇ ਉਹ ਕੋਈ ਵੱਡਾ ਵਿਦਵਾਨ ਵਿਦਿਆ ਪੜ੍ਹਨ ਵਾਲਾ ਸੁਣ ਲੈਂਦਾ ਸੀ, ਤਹਿ ਪਹੁੰਚੈ ਚਰਚਾ ਹਿਤ ਦੇਹ, ਤਾਂ ਇਹ ਬੇਣੀ ਪੰਡਤ ਉੱਥੇ ਹੀ ਪਹੁੰਚ ਜਾਂਦਾ ਸੀ, ਮੇਰੇ ਨਾਲ ਚਰਚਾ ਕਰੋ। ਲੋਕ ਬ੍ਰਿੰਦ ਮੈਂ ਲਿਖੈ ਪ੍ਰਥਮ ਇਮ, ਲੋਕ ਜਿਹੜੇ ਸਨ ਬ੍ਰਿੰਦ ਮੈਂ ਲਿਖੈ ਪ੍ਰਥਮ ਇਮ, ਬਹੁਤ ਲੋਕਾਂ ਦੇ ਇਕੱਠ ਦੇ ਵਿੱਚ ਫਿਰ ਇਹ ਜਿਹੜਾ ਸੀ ਸਾਰਿਆਂ ਨੂੰ ਅੱਗੇ ਹੋ ਕੇ ਗੱਲ ਕਹਿੰਦਾ। ਹੋਏ ਪਰਾਜੈ ਚਰਚਾ ਮਹਿ ਕਿਮ, ਵੀ ਦੇਖੋ ਜੇ ਕੋਈ ਚਰਚਾ ਵਿਚਾਰ ਦੇ ਵਿੱਚ ਪਰਾਜੈ ਹਾਰ ਹੋ ਜਾਵੇ ਕਿਸੇ ਤਰ੍ਹਾਂ ਜਿਹਦੀ ਵੀ, ਤਿਸ ਕੇ ਪੁਸਤਕ ਛੀਨੋ ਸਾਰੇ। ਪਹਿਲੇ ਸਮਿਆਂ 'ਚ ਇਹੀ ਵਿਦਵਾਨਾਂ ਵਿੱਚ ਬਹੁਤ ਵੱਡੀ ਗੱਲ ਰਹੀ ਹੈ। ਉਦੋਂ ਆਮ ਗ੍ਰੰਥ ਨਹੀਂ ਸੀ ਹੁੰਦੇ, ਹੁਣ ਤਾਂ ਇਹ ਵੀ ਜੇ ਹੁਣ ਨਾ ਮਿਲਿਆ ਹੋਰ ਲੈ ਲਾਂਗੇ ਨਵਾਂ, ਕੋਈ ਕਿੰਨੇ ਹੁਣ ਗ੍ਰੰਥ ਛਪਦੇ ਆ ਇਤਿਹਾਸ ਦੇ ਹੋਰ, ਤੇ ਪਹਿਲੇ ਸਮਿਆਂ ਵਿੱਚ ਹੱਥੀਂ ਲਿਖੇ ਹੋਏ ਉਵੇਂ ਹੁੰਦੇ ਸੀ ਉਹਨੇ, ਤੇ ਵਿਦਵਾਨਾਂ ਦੀ ਸ਼ਰਤ ਹੀ ਇਹ ਹੁੰਦੀ ਸੀ, ਜੇ ਤੂੰ ਹਾਰ ਗਿਆ ਸਾਰੇ ਗ੍ਰੰਥ ਮੈਨੂੰ ਦੇਣੇ ਪੈਣਗੇ। ਇਹੀ ਚਰਚਾ ਹੁੰਦੀਆਂ ਸੀ ਜ਼ਿਆਦਾਤਰ। ਤੇ ਉਹ ਤਿਸਕੇ ਪੁਸਤਕ ਛੀਨੋ ਸਾਰੇ, ਕਹਿੰਦਾ ਜਿਹੜਾ ਕੋਈ ਹਾਰ ਜੂ, ਬਹੁਤ ਲੋਕਾਂ ਵਿੱਚ ਪਹਿਲਾਂ ਗੱਲ ਲਿਖ ਲੈਂਦਾ ਸੀ। ਲੋਕ ਬ੍ਰਿੰਦ ਮੈਂ ਲਿਖੈ ਪ੍ਰਥਮ ਇਵੇਂ ਲਿਖਤ ਕਰਾ ਲੈਂਦਾ ਸੀ। ਹੋਏ ਪਰਾਜੈ ਚਰਚਾ ਮਹਿ ਕਿਮ, ਕਿ ਕਿਸੇ ਤਰ੍ਹਾਂ ਵੀ ਜਿਹਦੀ ਕੋਈ ਚਰਚਾ ਦੇ ਵਿੱਚ ਹਾਰ ਹੋ ਜੇ, ਤੇ ਕਿ ਪੁਸਤਕ ਛੀਨੋ ਸਾਰੇ, ਉਹਦੇ ਸਾਰੇ ਗ੍ਰੰਥ ਜਿਹੜੇ ਉਹ ਤੋਂ ਖੋਹ ਲਏ ਜਾਂਦੇ। ਜੀਤਨ ਹਾਰੂ ਲੇਹ ਸੰਭਾਰੇ, ਤੇ ਉਹ ਜਿਹੜੇ ਗ੍ਰੰਥ ਸੀ, ਜਿਹੜਾ ਜਿੱਤਣ ਵਾਲਾ ਸੀ ਉਹ ਫਿਰ ਸਾਰੇ ਆਪਦੇ ਕੋਲੇ ਸੰਭਾਲ ਲੈਂਦਾ ਸੀ। ਲੋਕ ਮਿਲੈ ਬਹੁ ਚਰਚਾ ਮਾਹੇ, ਤੇ ਉਹ ਚਰਚਾ ਦੇ ਵਿੱਚ ਜਿੱਥੇ ਬੇਣੀ ਪੰਡਤ ਚਰਚਾ ਕਰਦਾ ਕਿਸੇ ਵਿਦਵਾਨ ਪੰਡਤ ਨਾਲ, ਤਾਂ ਉੱਥੇ ਬਹੁਤ ਲੋਕ ਇਕੱਠੇ ਹੁੰਦੇ।
ਸੁਨਹਿ ਸਰਬ ਹੀ ਹਿਰਦੈ ਉਮਾਹੇ। ਸਾਰੇ ਭਾਈ ਹਿਰਦੇ ਵਿੱਚ ਉਤਸ਼ਾਹ ਪੈਦਾ ਕਰਕੇ ਇਹਨਾਂ ਦੀ ਚਰਚਾ ਸੁਣਦੇ ਸੀ। ਬੇਨੀ ਪੰਡਤ ਜੀਤੈ ਜਬਹੁ। ਹੁਣ ਇਹ ਵਿਦਵਾਨ ਬਹੁਤ ਸੀ ਪੰਡਤ ਬੇਣੀ, ਤੇ ਜਦੋਂ ਇਹ ਜਿੱਤ ਜਾਂਦਾ ਦਿਜ ਤੇ ਪੁਸਤਕ ਛੀਨੈ ਤਬਹੁ। ਇਹ ਦੂਜੇ ਬ੍ਰਾਹਮਣ ਤੋਂ ਫਿਰ ਉਸ ਸਮੇਂ ਜਿਹੜੀਆਂ ਪੁਸਤਕਾਂ ਗ੍ਰੰਥ ਸੀ ਉਹ ਖੋਹ ਲੈਂਦਾ ਸੀ। ਸੁਨਹਿ ਧਨੀ ਨਰ ਧਨ ਹਰ ਪਾਵਹਿ। ਤੇ ਜਿਹੜੇ ਕੋਈ ਧਨੀ ਪੁਰਸ਼ ਸੁਣਦੇ ਫਿਰ ਇਹਨੂੰ ਬਹੁਤ ਧਨ ਅਰਪਣ ਕਰਦੇ। ਬਹੁ ਕੀਰਤਨ ਕੇ ਕਹੈ ਸੁਨਾਵੈ। ਤੇ ਉਹ ਬਹੁਤ ਭਾਈ ਕੀਰਤਨ ਭਾਵ ਜਸ ਕਹਿੰਦਾ ਤੇ ਸੁਣਾਉਂਦਾ। ਇਸ ਵਿਧ ਬਹੁਤੋ ਨਗਰ ਮਝਾਰਾ। ਇਸ ਤਰ੍ਹਾਂ ਇਹ ਪੰਡਤ ਬੇਣੀ ਬਹੁਤ ਨਗਰਾਂ ਦੇ ਵਿੱਚ ਫਿਰਤ ਲਾਦ ਬਹੁ ਪੁਸਤਕ ਭਾਰਾ। ਤੇ ਫਿਰ ਆਪਣੀਆਂ ਜਿਹੜੀਆਂ ਪੁਸਤਕਾਂ ਸੀ ਉਹਨਾਂ ਸਮਿਆਂ ਵਿੱਚ ਐ ਉਠਾਂ ਤੇ ਲੱਦ ਕੇ ਫਿਰਦੇ ਲੋਕਾਂ ਨੂੰ ਦਿਖਾਉਣਾ। ਇੰਨੀਆਂ ਪੁਸਤਕਾਂ ਉਹ ਲੋਕ ਅਨੁਮਾਨ ਲਾ ਲੈਂਦੇ ਸੀ ਵਿਦਵਾਨ ਬਹੁਤਾ ਹੈ, ਜਿਹੜੀਆਂ ਦੂਜਿਆਂ ਤੋਂ ਜਿੱਤੀਆਂ ਵੀਆਂ ਨੇ। ਤੇ ਉਹ ਬਹੁਤ ਪੁਸਤਕਾਂ ਵੱਡੇ ਪੱਧਰ ਤੇ ਉਠਾਂ ਤੇ ਲੱਦ ਕੇ ਫਿਰਤ ਲਾਦ ਬਹੁ ਪੁਸਤਕ ਭਾਰਾ। ਬਹੁਤ ਜ਼ਿਆਦੇ ਪੁਸਤਕਾਂ ਲੱਦ ਕੇ ਫਿਰਦਾ ਸੀ। ਵਿਦਿਆ ਅਰਥੀ ਸੰਗ ਅਪਾਰਾ। ਇਹਦੇ ਨਾਲ ਵਿਦਿਆਰਥੀ ਵੀ ਬਹੁਤ ਹੁੰਦੇ ਸਨ। ਵਿਦਿਆ ਤੇ ਅਰਥੀ, ਅਰਥੀ ਦਾ ਮਤਲਬ ਹੁੰਦਾ ਲੋੜਵੰਦ। ਇੱਥੋਂ ਹੀ ਸ਼ਬਦ ਬਣਿਆ ਵਿਦਿਆਰਥੀ। ਵਿਦਿਆ ਅਰਥੀ ਭਾਵ ਵਿਦਿਆ ਦਾ ਲੋੜਵੰਦ। ਵਿਦਿਆਰਥੀ ਨਾਲ ਇਹਦੇ ਬਹੁਤ ਹੁੰਦੇ। ਜਾਂ ਤੇ ਬਹੁ ਹੰਕਾਰ ਚਿਤ ਧਾਰਾ। ਇਸ ਕਰਕੇ ਹੁਣ ਨਾਮ ਨਾਲ ਨਹੀਂ ਜੁੜਿਆ ਤੇ ਵਿਦਿਆ ਦੇਖੋ ਹੰਕਾਰ ਰੂਪ ਵਿੱਚ ਬਿਖ ਬਣ ਜਾਂਦੀ ਹੈ। ਇਹੀ ਵਿਦਿਆ ਗੁਰਮੁਖੋ ਅੰਮ੍ਰਿਤ ਵੀ ਬਣਦੀ ਹੈ ਤੇ ਵਿਦਿਆ ਬਿਖ ਵੀ ਬਣਦੀ ਹੈ। ਜੇ ਹਿਰਦੇ ਵਿੱਚ ਭਾਉ ਭਗਤ ਨਹੀਂ ਹੈ ਤਾਂ ਜਿਹੜੀ ਵਿਦਿਆ ਉਹ ਬਿਖ ਬਣ ਜਾਂਦੀ ਹੈ। ਜਿਵੇਂ ਹੁਣ ਵੀ ਹੈ, ਵਿਦਵਾਨ ਬਹੁਤ ਨੇ, ਕਈ ਵਾਰ ਗੱਲ ਸਾਂਝੀ ਕੀਤੀ ਹੈ। ਉਹਨਾਂ ਨੇ ਹਰ ਸਮੇਂ ਉਹੀ ਗੱਲਾਂ ਕਰਨੀਆਂ, ਹੋ ਜਾਂ ਕੁਛ ਲਿਖਣਾ, ਕਲੇਸ਼ ਪਾਉਣਾ। ਇਹ ਸਮਝੋ ਕਿ ਉਹਨਾਂ ਦੇ ਅੰਦਰ ਭਾਉ ਭਗਤੀ ਹੈ ਨਹੀਂ, ਭਗਤੀ ਬੰਦਗੀ ਕਰਦੇ ਨਹੀਂ। ਇਸ ਕਰਕੇ ਵਿਦਿਆ ਬਹੁਤ ਹੈ ਪਰ ਬਿਖ ਰੂਪ ਬਣ ਗਈ। ਕਿਉਂਕਿ ਜਿਹੜੀ ਚੀਜ਼ ਕਿਸੇ ਦਾ ਨੁਕਸਾਨ ਕਰੇ ਉਹ ਜ਼ਹਿਰ ਰੂਪ ਹੁੰਦੀ ਹੈ, ਜਿਹੜੀ ਗੁਰਮੁਖੋਂ ਫਾਇਦਾ ਕਰੇ ਉਹ ਅੰਮ੍ਰਿਤ ਰੂਪ ਹੈ। ਹੁਣ ਇਹ ਕਿੰਨੇ ਵਿਦਵਾਨ ਨੇ, ਪੰਥ ਨੂੰ ਕੋਈ ਫਾਇਦਾ ਤਾਂ ਨਹੀਂ ਹੋ ਰਿਹਾ। ਨਿਤ ਕਿਸੇ ਨਾ ਕਿਸੇ ਗੱਲ ਤੇ ਕੋਈ ਨਾ ਕੋਈ ਇਹਨਾਂ ਨੇ ਜਾਣ ਬੁੱਝ ਕੇ ਸਥਾਪਿਤ ਜਿਹੜੀ ਪਰੰਪਰਾ ਮਰਿਆਦਾ ਉਹ ਤੇ ਕਿੰਤੂ ਕਰਨਾ ਹੈ। ਕੋਈ ਗੱਲ ਸਾਬਤ ਚੱਲੀ ਆਉਂਦੀ ਹੈ, ਹਰੇਕ ਗੱਲ ਤੇ ਕਿੰਤੂ ਪਰੰਤੂ, ਐ ਨਹੀਂ ਹੁੰਦਾ ਨਹੀਂ ਹੁੰਦਾ। ਇੱਥੋਂ ਤੱਕ ਕਿ ਹੁਣ ਗੁਰੂ ਸਾਹਿਬਾਂ ਦੇ ਇਤਿਹਾਸ ਤੇ ਵੀ ਕਰਦੇ ਆ। ਗੁਰੂ ਮਹਾਰਾਜ ਦਾ ਇਤਿਹਾਸ ਕੋਈ ਨਾਵੇਂ ਪਾਤਸ਼ਾਹ ਮਹਾਰਾਜ ਦੇ ਦੇਖੋ, ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਵਿੱਚ ਕਿੰਨਾ ਸਾਹਿਬ ਮਹਾਰਾਜ ਬੈਠੇ ਬੰਦਗੀ ਕੀਤੀ ਹੈ, ਉਹ ਤੇ ਵੀ ਕਿੰਤੂ। ਨਾਲੇ ਇਤਿਹਾਸਕ ਸਥਾਨ ਹੈ, ਉਹ ਪਰ ਆਨੇ ਬਹਾਨੇ ਹੋਏ ਜੇ ਘੜਨੇ ਹੈ ਵੀ ਇਹ ਨਹੀਂ ਜੀ ਹੋ ਸਕਦਾ। ਗੁਰੂ ਸਾਹਿਬ ਕਿਵੇਂ ਬਹਿ ਜਾਣਗੇ? ਗੁਰੂ ਸਾਹਿਬ ਨੇ ਤਾਂ ਜਿਹੜੇ ਮੱਠਾਂ 'ਚ ਬੈਠੇ ਸੀ ਉਹਨਾਂ ਨੂੰ ਕੱਢਿਆ ਵੀ ਤੁਸੀਂ ਪਖੰਡ ਕਰ ਦਿਓ। ਗੱਲ ਇੰਨੀ ਹੈ, ਗੱਲ ਪਖੰਡ ਨਾਲ ਹੈ। ਜਿਹੜਾ ਗੁਰਮੁਖੋ ਕੋਈ ਭੋਰਾ ਜਾਂ ਕੋਈ ਇਕਾਗਰ ਕੋਈ ਵੀ ਹੈ, ਕੋਈ ਅੱਗੇ ਸਿਆਣੇ ਜਿਹੜੇ ਸੀ ਆਵਾਜ਼ ਤੋਂ ਹੇਠਾਂ ਜਗ੍ਹਾ ਪੁੱਟ ਲੈਣੀ, ਕੋਈ ਵੀ ਇਕਾਗਰਤਾ ਵਾਸਤੇ ਜਗ੍ਹਾ ਹੈ। ਉਹ ਤਾਂ ਜੁੜਨਾ ਤਾਂ ਬ੍ਰਹਮ ਨਾਲ ਹੈ। ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਭੋਰਾ ਹੁਣ ਵੀ ਹੈ ਤੇ ਉਹ ਕੋਈ ਉੱਥੇ ਕੀ ਸੀ, ਉਹ ਬ੍ਰਹਮ ਨਾਲ ਜੁੜਦੇ ਸੀ। ਗੁਰੂ ਸਾਹਿਬ ਨੇ ਉਹਨਾਂ ਪਖੰਡਾਂ ਦਾ ਖੰਡਨ ਕੀਤਾ ਜਿਹੜੇ ਭੋਰਿਆਂ ਦੇ ਵਿੱਚ ਬੈਠ ਕੇ ਬ੍ਰਹਮ ਨਾਲ ਜੁੜਨ ਦੀ ਬਜਾਏ ਕੋ ਕਰਮ ਕਮਾਉਂਦੇ ਸੀ। ਗੱਲ ਤਾਂ ਇੰਨੀ ਹੈ। ਹੁਣ ਉਹ ਤਾਂ ਗੱਲ ਤਾਂ ਇਹ ਵੀ ਹੱਥ ਲਿਬੜੇ ਐ ਤੇ ਹੱਥ ਹੀ ਧੋਣੇ ਆ, ਵੱਢਣੇ ਥੋੜੋ ਨੇ। ਇਹ ਕਹਿੰਦੇ ਨਹੀਂ ਭੋਰੇ ਦਾ ਕੋਈ ਅਰਥ ਨਹੀਂ, ਇਹ ਤਾਂ ਆਖੇ ਜੀ ਪਖੰਡ ਹੈ। ਉਹ ਕਾਰਨ ਕੀ? ਆਨਾ ਬਹਾਨਾ ਲੋਕਾਂ ਜਿਹਨੂੰ ਜੇ ਤਾਂ ਕੋਈ ਸਰੋਤੇ ਹੋਣ ਫਿਰ ਤਾਂ ਗੱਲ ਨੂੰ ਸਮਝਣ। ਲੋਕ ਸਰੋਤੇ ਨਹੀਂ ਹੈ। ਅੱਜ ਕੱਲ ਤਾਂ ਹੁੰਦਾ ਮਿੰਟ 2 ਮਿੰਟ ਦੀ ਵੀਡੀਓ ਜੀ ਸੁਣ ਲਈ ਤੇ ਉਹ ਸੁਣ ਕੇ ਉਦੋਂ ਹੀ ਆਪਦਾ ਫੈਸਲਾ ਦਿੰਦੇ, ਹਾਂ ਜੀ ਆਹ ਸੱਚ ਬੋਲਿਆ।
ਇਹ ਗੁਰਮੁਖੋ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਲਗਾਤਾਰ ਸਤਸੰਗੀ ਬਣਨਾ ਪੈਣਾ ਹੈ, ਫੇਰ ਗੱਲ ਸਮਝ ਵਿੱਚ ਆਉਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਜਿੱਥੇ ਵੀ ਹੈ ਪਖੰਡ ਦਾ ਖੰਡਨ ਕੀਤਾ ਹੈ। ਤੋ ਉਸ ਸਮੇਂ ਦੇ ਨਾਲ ਬਹੁਤ ਜਿਹੜੇ ਸਨ ਵਿਦਿਆਰਥੀ ਸੀ, ਇਸ ਕਰਕੇ ਜਾਣਤੇ ਬਹੁ ਹੰਕਾਰ ਚਿਤ ਧਾਰਾ। ਇਹ ਵਿਦਿਆ ਦਾ ਹੰਕਾਰ ਇਹਨੇ ਬਹੁਤ ਮਨ ਵਿੱਚ ਧਾਰਿਆ ਹੋਇਆ ਸੀ। ਮੈਂ ਦਿਗ ਵਿਜੇ ਕਰੂੰ ਚਿਤ ਫਿਰ ਕਹਿਣ ਲੱਗਿਆ ਵੀ ਮੈਂ ਸਾਰੀ ਧਰਤੀ ਤੇ ਫਿਰ ਕੇ ਦਿਗ ਵਿਜੇ ਹੁੰਦਾ ਚਾਰੇ ਦਿਸ਼ਾਵਾਂ ਵਿੱਚ ਕੋਈ ਜੇਤੂ ਹੋ ਜੇ, ਦੇਸ਼ ਦੇ ਚਾਰੇ ਪਾਸੇ ਫਿਰ ਕੇ ਕਹਿੰਦਾ ਮੈਂ ਸਾਰੀ ਧਰਤੀ ਤੇ ਫਿਰ ਕੇ ਦਿਗ ਵਿਜੇ ਕਰਾਂਗਾ, ਚਾਰੇ ਦਿਸ਼ਾਵਾਂ ਤੇ ਜਿੱਤ ਪ੍ਰਾਪਤ ਕਰਾਂਗਾ। ਕੋਠਾ ਹਰੈ ਵਿਦਿਆ ਸੰਗ ਅਰ ਕੈ। ਕੌਣ ਹੈ ਜਿਹੜਾ ਕੋਠਾ, ਕਿਹੜੀ ਐਸੀ ਜਗ੍ਹਾ ਜਿੱਥੇ ਕੋਈ ਮੇਰੇ ਬਰਾਬਰ ਵਿਦਿਆ ਨਾਲ ਅੜ ਜਾਵੇ। ਸਹਿਜ ਸੁਭਾਇਕ ਵਿਚਰਤ ਆਵਾ। ਇਉਂ ਇਹ ਦੂਜਿਆਂ ਤੇ ਜਿੱਤ ਪ੍ਰਾਪਤ ਕਰਦਾ ਦਿਗ ਵਿਜੇ ਬਣਦਾ ਸਹਿਜ ਸੁਭਾਅ ਫਿਰਦਾ ਇਧਰ ਆ ਗਿਆ। ਡੇਰੋ ਗੋਇੰਦਵਾਲ ਸੋ ਪਾਵਾ। ਤੇ ਇਹਦਾ ਇੱਥੇ ਨੇ ਗੋਇੰਦਵਾਲ ਸਾਹਿਬ ਡੇਰਾ ਕਰ ਲਿਆ, ਜਿਵੇਂ ਰਾਤ ਪੈ ਜੇ ਤੇ ਰਾਤ ਕੱਟਣ ਵਾਸਤੇ ਇਉਂ ਡੇਰਾ ਕੀਤਾ ਹੈ। ਤਹਿ ਸਤਿਗੁਰ ਕੀ ਸੁਨ ਕੈ ਕੀਰਤ। ਇੱਥੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਇਹਨੇ ਕੀਰਤ ਮਹਿਮਾ ਸੁਣੀ। ਬਹੁ ਨਿਰਮਲ ਸਭ ਜਗ ਬਿਸਤੀਰਤ। ਉਹ ਸੋਭਾ ਜਿਹੜੀ ਬਹੁਤ ਪਵਿੱਤਰ ਸੋਭਾ ਹੈ। ਸੋਭਾ ਵਡਿਆਈ ਦੇ ਵਿੱਚ ਵੀ ਗੁਰਮੁਖੋ ਫਰਕ ਹੁੰਦਾ ਹੈ। ਇੱਕ ਨਿਰਮਲ ਸੋਭਾ ਜਿਹੜੀ ਗੁਰੂ ਕੀ ਸੋਭਾ ਨਿਰਮਲ ਹੈ, ਇੱਕ ਮਲੀਨ ਸੋਭਾ ਵੀ ਹੁੰਦੀ ਹੈ। ਇਹ ਫਲਾਣਾ ਬੰਦਾ ਉਹ ਨਹੀਂ, ਉਹ ਕਿਸੇ ਤੋਂ ਡਰਦਾ, ਉਹ ਤੇ ਬਹੁਤ ਉਹਦਾ ਭਾਵ ਹੁੰਦਾ ਕਿ ਇੱਕ ਕਿਸੇ ਦੇ ਵਿੱਚ ਕਰੂਰਤਾਈ ਦੇ ਨਾਲ ਉਹਨੇ ਸੋਭਾ ਕਰਵਾਈ ਵੀ ਹੈ, ਲੋਕ ਭੈ ਖਾਂਦੇ ਨੇ। ਇੱਕ ਹੁੰਦੀ ਹੈ ਪਵਿੱਤਰ ਸੋਭਾ, ਨਾਮ ਵਡਿਆਈ ਦੀ ਸੋਭਾ। ਇਹ ਹੈ ਗੁਰੂ ਸਾਹਿਬ ਦੀ ਨਿਰਮਲ ਸੋਭਾ। ਬਹੁ ਨਿਰਮਲ ਸਭ ਜਗ ਬਿਸਤੀਰਤ। ਉਸ ਕੀਰਤੀ ਸੁਣੀ ਜਿਹੜੀ ਬਹੁਤ ਪਵਿੱਤਰ ਹੈ ਤੇ ਸਾਰੇ ਜਗਤ ਵਿੱਚ ਵਿਸਤੀਰਤ ਭਾਵ ਖਿੰਡੀ ਹੋਈ, ਸਾਰੇ ਜਗ ਵਿੱਚ ਮਸ਼ਹੂਰ ਹੈ। ਚਹਿਤ ਦੇਖ ਬੇਰ ਦੇ ਉਮਾਹੂ। ਤੇ ਇਹਨੇ ਹੁਣ ਇਹਦੇ ਹਿਰਦੇ ਵਿੱਚ ਉਤਸ਼ਾਹ ਜਿਹਾ ਹੋਇਆ ਕਿ ਦੇਖੀਏ ਕੌਣ ਹਨ। ਵਹਿਰ ਗੁਰੂ ਆਏ ਛਿਨ ਤਾਹੂ। ਇਹ ਆ ਗਿਆ ਉੱਥੇ ਤੇ ਗੁਰੂ ਸਾਹਿਬ ਵੀ ਉਸ ਸਮੇਂ ਘਰ ਤੋਂ ਬਾਹਰ ਉਸ ਸਮੇਂ ਪਹੁੰਚੇ ਹਨ। ਸਥਿਤ ਬਾਪ ਕਾ ਨਿਕਟ ਸਥਾਨ। ਬੌਲੀ ਸਾਹਿਬ ਦੇ ਨੇੜੇ ਗੁਰੂ ਸਾਹਿਬ ਜੀ ਬੈਠੇ ਹਨ। ਦਰਸੈ ਨਰ ਬੈਠੇ ਸੁਖ ਖਾਨ। ਉਹ ਸੁੱਖਾਂ ਦੀ ਖਾਨ ਸਤਿਗੁਰੂ ਜੀ ਬੈਠੇ ਨੇ ਤੇ ਲੋਕ ਮਹਾਰਾਜ ਦੇ ਦਰਸ਼ਨ ਕਰਦੇ ਹਨ। ਆਏ ਵਹਿਰ ਜਾਨ ਮਨ ਮਾਹੀ। ਇਹਨੇ ਜਦੋਂ ਮਨ ਵਿੱਚ ਜਾਣਿਆ ਕਿ ਮਹਾਰਾਜ ਬਾਹਰ ਆ ਗਏ ਹਨ। ਉੱਠ ਪੰਡਤ ਆਇਓ ਪ੍ਰਭ ਪਾਹੀ। ਤਾਂ ਇਹ ਪੰਡਤ ਬੇਣੀ ਉੱਠ ਕੇ ਗੁਰੂ ਸਾਹਿਬ ਦੇ ਕੋਲ ਆਇਆ। ਸਾਦਰ ਸਤਿਗੁਰ ਨਿਕਟ ਬਿਠਾਏ। ਗੁਰੂ ਸਾਹਿਬ ਨੇ ਵਿਦਵਾਨ ਜਾਣ ਲਿਆ। ਮਹਾਰਾਜ ਜਾਣਦੇ ਵਿਦਵਾਨ ਹੈ, ਗ੍ਰੰਥ ਪੜਿਆ ਤਾਂ ਹੋਇਆ, ਉਹ ਇੱਕ ਗਿਆਨ ਪ੍ਰਕਾਸ਼ ਕਰਨ ਵਾਲਾ ਹੀ ਹੈ, ਨਾਮ ਦੀ ਬੱਤੀ ਜਗਾਉਣ ਵਾਲੀ ਹੈ, ਵਿਦਿਆ ਤਾਂ ਹੈ। ਹੁਣ ਵਿਦਿਆ ਨੂੰ ਬਿਖ ਬਣਾਈ ਬੈਠਾ। ਮਹਾਰਾਜ ਕਹਿੰਦੇ ਵੀ ਆਪਾਂ ਇਹਦੀ ਕੋਈ ਵਿਦਿਆ ਨੂੰ ਅੰਮ੍ਰਿਤ ਬਣਾ ਦੇਣਾ। ਐਸਾ ਹੀ ਮਹਾਰਾਜ ਦੀ ਕਿਰਪਾ। ਤੇ ਸਾਦਰ ਸਤਿਗੁਰ ਨਿਕਟ ਬਿਠਾਏ। ਮਹਾਰਾਜ ਨੇ ਸਤਿਕਾਰ ਨਾਲ ਇਹਨੂੰ ਕੋਲ ਬਿਠਾਇਆ ਹੈ। ਕੁਸ਼ਲ ਖੇਮ ਬੂਝਾ ਹਰ ਖਾਏ। ਤੇ ਇਹਨੂੰ ਖੁਸ਼ ਹੋ ਕੇ ਸੁਖ ਆਨੰਦ ਪੁੱਛੀ ਹੈ। ਤਬ ਸਤਿਗੁਰ ਬਹੁ ਦਰਸ਼ਨ ਕਰੈ। ਉਸ ਸਮੇਂ ਬਹੁਤ ਸੰਗਤਾਂ ਦਰਸ਼ਨ ਕਰ ਰਹੀਆਂ ਸੀ। ਬੰਦੈ ਚਰਨ ਉਪਾਇਨ ਧਰੈ। ਚਰਨ ਬੰਦਨਾ ਕਰਦੇ ਐ, ਭੇਟਾਵਾਂ ਮਹਾਰਾਜ ਅੱਗੇ ਰੱਖਦੇ ਹਨ। ਚਿਤ ਬਾਛਤ ਸਤਿਗੁਰ ਤੇ ਪਾਵੈ। ਜੋ ਵੀ ਭਾਈ ਇੱਛਾ ਹੁੰਦੀ ਹੈ ਚਿੱਤ ਦੀ,
ਉਹ ਮਹਾਰਾਜ ਨੂੰ ਦੱਸਦੇ, ਮਹਾਰਾਜ ਤੋਂ ਪ੍ਰਾਪਤੀ ਕਰਾਉਂਦੇ, ਭਾਵ ਮਨ ਇੱਛਤ ਇੱਛਾ ਦੀ ਪੂਰਤੀ ਮਹਾਰਾਜ ਤੋਂ ਕਰਦੇ ਆ, ਉਹ ਫਲ ਪ੍ਰਾਪਤ ਕਰਦੇ ਹਨ। ਹਿਤ ਪਰਲੋਕ ਗਤ ਹਿਰਦੈ ਮਨਾਵੇ, ਤੇ ਨਾਲ ਹੀ ਪ੍ਰਲੋਕ ਦੇ ਵਾਸਤੇ ਗਤ ਮੁਕਤੀ ਉਹਦੀ ਭਾਈ ਮੰਗ ਕਰਦੇ, ਹਿਰਦੇ ਵਿੱਚੋਂ ਇਸ ਮਨਾਉਂਦੇ ਨੇ, ਭਾਵ ਮਨ ਵਿੱਚ ਇੱਛਾ ਕਰਦੇ। ਬੇਣੀ ਪੰਡਤ ਦੇਖ ਸਭਨ ਕੋ, ਪੰਡਤ ਬੇਣੀ ਬੈਠਾ ਸਾਰਿਆਂ ਨੂੰ ਵੇਖੀ ਗਿਆ। ਮਨ ਹੰਕਾਰਤ ਕੀਓ ਬਚਨ ਕੋ, ਤੇ ਵਿਦਿਆ ਦਾ ਮਾਨ ਸੀ, ਮਨ ਵਿੱਚ ਹੰਕਾਰ ਕਰਦਿਆਂ ਨੇ ਇਹ ਬਚਨ ਕੀਤਾ। ਤਪ ਤੀਰਥ ਬ੍ਰਤ ਦਾਨ ਮਹਾਨਾ, ਕਹਿੰਦਾ ਮਹਾਰਾਜ ਤਪ ਕਰਨੇ, ਤੀਰਥ ਯਾਤਰਾ ਕਰਨੀ, ਵਰਤ ਰੱਖਣੇ, ਦਾਨ ਕਰਨਾ, ਇਹ ਮਹਾਨ ਹਨ। ਇਤਿਆਦਿਕ ਸ਼ੁਭ ਕਰਮ ਸੁਜਾਨਾ, ਇਤਿਆਦਿਕ ਸਾਰੇ ਜਿੰਨੇ ਵੀ ਜਿਹੜੇ ਸ਼ੁਭ ਕਰਮ ਹਨ, ਨਿਰਮਲ ਅੰਤਹਿ ਕਾਰਣ ਕਰੰਤੇ, ਇਹ ਜਿਹੜਾ ਹਿਰਦਾ ਹੈ ਨਾ ਅੰਤਸ਼ਕਰਨ, ਉਹਨੂੰ ਪਵਿੱਤਰ ਕਰਦੇ ਹਨ। ਤਬ ਮਾਨਵ ਸ਼ੁਭ ਗਤੀ ਲਹੰਤੇ, ਹੁਣ ਗ੍ਰੰਥਾਂ ਦੀ ਵਿਦਿਆ ਨਾਲ ਦੱਸਦਾ, ਕਹਿੰਦਾ ਫੇਰ ਮਨੁੱਖ ਜਿਹੜਾ ਹੈ ਸ਼ੁਭ ਗਤੀ ਨੂੰ ਪ੍ਰਾਪਤ ਹੁੰਦਾ ਹੈ। ਤੁਮਰੇ ਪੰਥ ਵਿਖੈ ਇਹੋ ਨਾਹੀ, ਹੁਣ ਤੁਸੀਂ ਨਾ ਕਿਸੇ ਨੂੰ ਕਹਿੰਦੇ ਹੋ ਤਪ ਕਰਿਆ ਕਰ, ਨਾ ਕਹਿੰਦੇ ਹੋ ਠਾੜ ਤੀਰਥਾਂ ਤੇ ਜਾ, ਨਾ ਕਿਸੇ ਨੂੰ ਵਰਤ ਦਾ ਦੱਸਦੇ ਹੋ। ਤੁਹਾਡੇ ਪੰਥ ਵਿੱਚ ਇਹ ਕੁਝ ਹੈ ਨਹੀਂ। ਕੁਤੋ ਪਰਮਗਤ ਇਹੋ ਨਰ ਪਾਹੀ, ਤਾਂ ਦੱਸੋ ਵੀ ਇਹ ਜਿਹੜੇ ਲੋਕ ਨੇ ਫਿਰ ਪਰਮਗਤੀ ਕਿਵੇਂ ਪਾਉਣਗੇ। ਜੇ ਇਨ ਭਲਾ ਕਰਨ ਤੁਮ ਚਾਹੋ, ਕਹਿੰਦਾ ਮਹਾਰਾਜ ਜੇ ਇਹਨਾਂ ਲੋਕਾਂ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ, ਆਸ ਉਪਦੇਸ਼ ਦੇਹੋ ਦੁੱਖ ਦਾਹੋ, ਤਾਂ ਇਸ ਤਰ੍ਹਾਂ ਦਾ ਤੁਸੀਂ ਉਪਦੇਸ਼ ਦੇਵੋ। ਤਪ ਦੱਸੋ ਇਹਨਾਂ ਨੂੰ, ਤੀਰਥਾਂ ਦੇ ਰਟਣ ਦਾ ਦੱਸੋ, ਵਰਤ ਕਿਵੇਂ ਰੱਖਣੇ ਉਹ ਦੱਸੋ, ਇਹੋ ਜਿਹਾ ਉਪਦੇਸ਼ ਦੇਹੋ, ਫਿਰ ਇਹਨਾਂ ਦੇ ਦੁੱਖਾਂ ਦਾ ਨਾਸ਼ ਕਰੋ। ਤਪ ਆਦਿਕ ਮਹਿ ਜੋਰੋ ਇਨ ਕੋ, ਇਹਨਾਂ ਨੂੰ ਮਹਾਰਾਜ ਤੁਸੀਂ ਤਪ ਤੇ ਆਦਿਕ ਕਰਮਾਂ ਦੇ ਵਿੱਚ ਜੋੜੋ। ਇਸ ਵਿਦ ਬਿਲਮ ਕਰੋ ਇਸ ਮਨ ਕੋ, ਇਸ ਤਰ੍ਹਾਂ ਦਾ ਜਿਹੜਾ ਉਦਮ ਹੈ ਇਹਨਾਂ ਦੇ ਮਨ ਵਿੱਚ ਹੋਵੇ, ਇਸ ਤਰ੍ਹਾਂ ਦੇ ਤਰੀਕੇ ਨਾਲ ਇਹ ਜਿਹੜੇ ਆਪਣੇ ਕਰਮ ਕਰਨ। ਉਪਦੇਸ਼ੋ ਸ਼ਾਸਤਰਨ ਕੋ ਮਤ ਜਿਮ, ਮਹਾਰਾਜ ਜਿਵੇਂ ਸ਼ਾਸਤਰਾਂ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਉਹੇ ਜਿਹਾ ਤੁਸੀਂ ਉਸ ਮਤ ਦੇ ਅਨੁਸਾਰ ਉਪਦੇਸ਼ ਦੇਵੋ। ਇਨ ਕੀ ਛੇਮ ਹੋਤ ਕਹੀਐ ਤਿਮ, ਇਹਨਾਂ ਦੀ ਫਿਰ ਇਸ ਤਰ੍ਹਾਂ ਮੁਕਤੀ ਹੁੰਦੀ ਜਿਵੇਂ ਗ੍ਰੰਥਾਂ ਵਿੱਚ ਕਹੀ ਹੈ। ਸੁਣ ਪੰਡਤ ਤੇ ਗੁਰੂ ਪ੍ਰਬੀਨ, ਪੰਡਤ ਬੇਣੀ ਤੋਂ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀ। ਹੰਕਾਰੀ ਕਹੋ ਉੱਤਰ ਦੀਨ, ਤੇ ਮਹਾਰਾਜ ਜਾਣਦੇ ਨੇ ਹੰਕਾਰੀ ਹੈ, ਕਿੰਨਿਆਂ ਨੂੰ ਇਹਨੇ ਵਿਦਿਆ ਵਿੱਚ ਹਰਾ ਕੇ ਉਹਨਾਂ ਤੋਂ ਗ੍ਰੰਥ ਖੋਹੇ, ਉਹਨਾਂ ਦੀ ਸੰਗਤ ਵਿੱਚ ਬੇਇੱਜ਼ਤੀ ਹੋਈ। ਤੇ ਚਾਹੀਦਾ ਤੇ ਇਹੀ ਹੈ ਨਾ ਕਿ ਜੇ ਕੋਈ ਵਿਦਿਆ ਵਿੱਚ ਨਿਊਨ ਹੈ, ਉਹਦੇ ਨਾਲ ਵਿਚਾਰ ਚਰਚਾ ਕਰਕੇ ਪ੍ਰੇਮ ਨਾਲ ਉਹਨੂੰ ਹੋਰ ਅੱਗੇ ਤੁਰਨ ਦੀ, ਉਹਨੂੰ ਕੋਈ ਕੁਛ ਸੰਤ ਮਿਲੇ, ਕੁਛ ਕਹੀਏ ਸੁਣੀਏ, ਕੁਝ ਉਹਦੇ ਕੋਲੋਂ ਸੁਣ ਲਿਆ, ਜੋ ਜਾਣਦਾ ਉਹਨੂੰ ਕਹਿਤਾ, ਤਾਂ ਕਿ ਉਹ ਵੀ ਹੋਰ ਅੱਗੇ ਵਧੇ। ਤੇ ਉਹ ਵੀ ਵਿਚਾਰ ਚਰਚਾ ਹੁੰਦੀ ਹੈ ਪ੍ਰੇਮ ਨਾਲ ਇਕੱਲੇ ਬੈਠ ਕੇ। ਇਹ ਕਰਦਾ ਸੀ ਸੰਗਤ ਵਿੱਚ ਲਿਆ ਕੇ, ਫਿਰ ਲਿਖਤ ਕਰਾਉਣੀ, ਜੇ ਹਾਰ ਗਿਆ ਗ੍ਰੰਥ ਮੈਂ ਲਊਂ ਸਾਰੇ, ਉਹ ਉਲਟਾ ਬੇਇੱਜ਼ਤੀ ਕਰਦਾ ਸੀ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹੰਕਾਰੀ ਕਹੋ ਉੱਤਰ ਦੀਨ, ਇਹ ਉੱਤਰ ਦਿੱਤਾ ਇਹਨੂੰ ਵਿਦਿਆ ਦੇ ਹੰਕਾਰੀ ਨੂੰ। ਤਪ ਆਦਿਕ ਮੁਖ ਕਰ ਬੇ ਕਰਮ, ਮਹਾਰਾਜ ਕਹਿੰਦੇ ਜਿਹੜੇ ਤਪ ਇਤਿਆਦਿਕ ਸੀ ਨਾ, ਮੁਖ ਕਰਨ ਯੋਗ ਜਿਹੜੇ ਕਰਮ ਸਨ, ਇਹੋ ਤੋ ਤੀਨ ਜੁਗਨ ਕੋ ਧਰਮ, ਇਹ ਤਾਂ ਪਹਿਲੇ 3 ਯੁੱਗਾਂ ਦਾ ਧਰਮ ਸੀ। ਅਬ ਜੇ ਨਰ ਹੋਏ ਕਲ ਮਾਹੀ, ਹੁਣ ਜਿਹੜੇ ਲੋਕ ਕਲਯੁਗ ਦੇ ਵਿੱਚ ਹਨ, ਕਿਸੂ ਕਰਨ ਕੀ ਸਮਰੱਥ ਨਾਹੀ, ਇਹ ਹੁਣ ਉਮਰਾਂ ਉਤਨੀ ਹੈ, ਕਰਮ ਧੰਦੇ। ਫਿਰ ਜਿਹੜਾ ਮਹਾਰਾਜ ਕਹਿੰਦੇ ਜਿਹੜਾ ਧਰਮ ਹੈ ਸਾਡਾ ਗ੍ਰਸਤੀ ਧਰਮ ਹੈ,
ਇਹ ਇਸ ਤਰ੍ਹਾਂ ਦੇ ਸਮਰੱਥਾ ਨਹੀਂ ਹੈ ਇੰਨਾ ਕਰਨ ਦੀ। ਪਹਿਲੇ ਸਮੇਂ ਸੀ ਘਰ ਛੱਡ ਜੋ ਜੰਗਲਾਂ ਚਲੇ ਜਾਓ, ਤਪ ਕਰੀ ਚੱਲੋ, ਲੰਮੀਆਂ ਉਮਰਾਂ ਜੋਗ ਮਤ। ਮਹਾਰਾਜ ਕਹਿਣ ਲੱਗੇ ਇਹ ਕਲਯੁਗ ਦਾ ਸਮਾਂ ਹੈ, ਸਮੇਂ ਦੇ ਵਿੱਚ ਉਮਰਾਂ ਘੱਟ, ਜ਼ਿੰਦਗੀ ਦਾ ਸਮਾਂ ਥੋੜਾ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਇਹੋ ਜਿਹੇ ਤਪ ਤੇ ਆਦਿ ਕਰਮ ਕਰਨ ਦੀ ਸਮਰੱਥਾ ਨਹੀਂ। ਬਿਨਾ ਅੰਨ ਤੇ ਪ੍ਰਾਨ ਬਨਾਸੈ, ਬਿਨਾ ਅੰਨ ਤੋਂ ਜਿਹੜੇ ਪ੍ਰਾਣ ਨੇ ਉਹ ਨਾਸ਼ ਹੋ ਜਾਂਦੇ ਐ। ਕਿਮ ਤਪ ਕਰਹਿ ਜਾਹੇ ਬਨ ਬਾਸੈ, ਤਾਂ 10 ਪੰਡਤ ਬੇਣੀ ਵੀ ਬਨਵਾਸ ਜਾ ਕੇ ਜੰਗਲਾਂ ਵਿੱਚ ਬਸ ਕੇ ਕਿਵੇਂ ਇਹ ਤਪ ਕਰਨਗੇ। ਦਰਬ ਨਹੀਂ ਅਰ ਬਲ ਕਿਛ ਨਾਹੀ, ਫਿਰ ਇਹ ਸੀ ਕਿ ਉਹ ਤਾਂ ਕੁਝ ਚੰਦ ਲੋਕ ਜਿਹੜੇ ਪਹਿਲੇ ਸੀ ਨਾ ਇਹ ਤਾਪ ਹੋਇਆ ਜਾਂ ਕੋਈ ਇਹੋ ਜਿਹੇ ਕਰਮ ਜਿਹੜੇ ਸੀ, ਇਹ ਗਿਣਤੀ ਦੇ ਬੰਦਿਆਂ ਦੇ ਹਿੱਸੇ ਆਉਂਦਾ ਸੀ। ਗੁਰੂ ਸਾਹਿਬ ਨੇ ਗੁਰਮੁਖੋ ਧਰਮ ਚਲਾਇਆ ਜਿਹੜਾ ਹਰੇਕ ਪ੍ਰਾਣੀ ਕਮਾ ਸਕੇ ਘਰ ਬੈਠਿਆਂ ਵੀ। ਨਹੀਂ ਤਾਂ ਪਹਿਲੇ ਹੁੰਦਾ ਸੀ ਬੜੇ ਬੜੇ ਜੱਗ ਕਰਨੇ ਪੈਂਦੇ ਤੇ ਉਹੀ ਕਰਦਾ ਹੀ ਕੋਈ ਰਾਜਾ ਮਹਾਰਾਜਾ ਕਰ ਸਕਦਾ ਸੀ, ਦੂਜੇ ਕਰ ਨਹੀਂ ਸਕਦੇ, ਉਹ ਤਰਦੇ ਨਹੀਂ ਸੀ। ਜਾਂ ਫਿਰ ਘੋਰ ਤਪ ਕਰਨੇ ਪੈਂਦੇ ਸੀ, ਉਹ ਵੀ ਹਰੇਕ ਨਹੀਂ ਸੀ ਕਰ ਸਕਦਾ। ਇਸ ਕਰਕੇ ਬਿਰਲੇ ਬਿਰਲਿਆਂ ਲਈ ਧਰਮ ਰਹਿ ਗਿਆ ਸੀ। ਮਹਾਰਾਜ ਨੇ ਸਾਰਿਆਂ ਲਈ, ਕੋਈ ਰਾਜਾ ਹੈ, ਕੋਈ ਭਾਵੇਂ ਕੰਗਾਲ ਹੈ, ਸਭ ਦੇ ਵਾਸਤੇ ਗੁਰੂ ਸਾਹਿਬ ਨੇ ਇਹ ਗੁਰਮੁਖੋ ਧਰਮ ਸਾਨੂੰ ਬਖਸ਼ਿਆ। ਸਾਹਿਬ ਜੀ ਕਹਿੰਦੇ ਦੱਸੋ ਦਰਬ ਨਹੀਂ ਅਰ ਬਲ ਕਿਛ ਨਾਹੀ, ਫੇਰ ਭਾਈ ਧਨ ਨਹੀਂ ਹੈ, ਫੇਰ ਇੰਨਾ ਬਲ ਨਹੀਂ ਹੈ। ਕਹਾਂ ਸ਼ਕਤ ਮਖ ਕਰ ਬੇ ਮਾਹੀ, ਫੇਰ ਦੱਸੋ ਕਿੱਥੇ ਇਹਨਾਂ ਵਿੱਚ ਐਸੀ ਸ਼ਕਤੀ ਹੈ ਜਿਹੜੀ ਇਹ ਮੁੱਖ ਕਰਮ ਕਰਨ ਦੀ। ਇਹਨਾਂ ਵਿੱਚ ਕਰਮ ਕਾਂਡ ਮਹਿੰਜੇ ਅਬ ਲੱਗ ਹੈ, ਤੇ ਜੇ ਹੁਣ ਇਹੋ ਜਿਹੇ ਕਰਮ ਕਾਂਡਾਂ ਵਿੱਚ ਕਰਨ ਲੱਗ ਗਏ, ਸੋ ਭੀ ਆਯੂ ਨਿਸਫਲ ਭਾਗੈ, ਤਾਂ ਫਿਰ ਇਹ ਜਿਹੜੀ ਉਮਰ ਇੰਨੀ ਕੁ ਹੈ ਇਹ ਵੀ ਐਵੇਂ ਇਹਨਾਂ ਦੀ ਨੇਫਲੀ ਚਲੀ ਜਾਵੇਗੀ। ਦੁਸ਼ਕਰ ਸੋਚ ਆਦ ਕੋ ਕਰਨ, ਫਿਰ ਇਹ ਜਿਹੜੀ ਪਵਿੱਤਰਤਾ ਦੇ ਆਦਿਕ ਹੈ ਜਿਹੜੀ ਦੱਸਦੇ ਹੋ ਤੁਸੀਂ, ਇਹ ਬੜੀ ਦੁਸ਼ਕਰ ਕਠਨ ਹੈ ਇਹੋ ਜਿਹੇ ਕਰਮ ਕਰਨੇ। ਖਾਨ ਪਾਨ ਬਿਪਤੈ ਸੇ ਬਰਨੁ, ਜਿਹੋ ਜੇ ਖਾਣ ਪਾਣ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਬਿਪ ਤੈਸੇ ਬਰਨੁ, ਜਿਹੋ ਜੇ ਗੁਰੂ ਸਾਹਿਬ ਕਹਿੰਦੇ ਬ੍ਰਾਹਮਣ ਤੁਸੀਂ ਭਾਈ ਦੱਸੇ ਹਨ। ਇਮ ਅਸਕਤ ਨਰ ਜਾਨੋ ਸਭੈ, ਇਹ ਜਿਹੜੇ ਲੋਕ ਹਨ ਕਲਯੁਗ ਦੇ ਵਿੱਚ ਏਡੀਆਂ ਸ਼ਕਤੀਆਂ ਵਾਲੇ ਨਹੀਂ, ਤਾਕਤ ਵਾਲੇ ਨਹੀਂ ਹਨ। ਪ੍ਰਥਮ ਧਰਮ ਕਿਮ ਹੋਵੈ ਅਬੈ, ਜਦੋਂ ਯੁੱਗ ਬਦਲ ਗਿਆ, ਯੁੱਗਾਂ ਦੇ ਨਾਲ ਕਰਮ ਬਦਲ ਗਏ, ਮਹਾਰਾਜ ਕਹਿੰਦੇ ਫਿਰ ਉਹ ਧਰਮ ਹੁਣ ਕਿਸ ਤਰ੍ਹਾਂ ਇਹਨਾਂ ਤੋਂ ਹੋਵੇਗਾ। ਤਿਨ ਕੋ ਕਰਤਿਓ ਦੁੱਖ ਸੁਖ ਭਾਵੈ, ਉਹਨਾਂ ਕਰਮਾਂ ਨੂੰ ਕਰਦਿਆਂ ਕਿੰਨੇ ਦੁੱਖ ਸੁੱਖ ਕਠਨ ਇਹੋ ਜਿਹਾ ਕੁਛ ਪਾਉਂਦੇ। ਸੁਰਗ ਬਿਖੈ ਕਬ ਨਰਕ ਸਧਾਵੈ, ਜੇ ਕੋਈ ਪੂਰੇ ਕਰ ਲੈਂਦਾ ਸੀ ਉਹ ਸੁਰਗ ਤੇ, ਕੋਈ ਫਿਰ ਜੇ ਨਹੀਂ ਪੂਰਾ ਹੁੰਦਾ ਨਰਕਾਂ 'ਚ ਜਾਂਦਾ। ਅਬ ਚਲ ਪਦ ਵੀ ਪਾਏ ਨਾ ਕੋ, ਗੱਲ ਸਾਰੀ ਨਰਕਾਂ ਤੇ ਸੁਰਗਾਂ 'ਚ ਜਾ ਕੇ ਰੁਕ ਜਾਂਦੀ। ਜਿਹੜੀ ਅਬਚਲ ਪਦਵੀ ਹੈ, ਬ੍ਰਹਮ ਨਾਲ ਮਿਲਾਪ ਦੀ ਪਦਵੀ ਹੈ, ਉਹ ਨਹੀਂ ਕੋਈ ਪਾਉਂਦਾ ਹੈ। ਹੰਤਾ ਸਹਿਤ ਕਰੇ ਨਰ ਜੋ, ਜਿਹੜੇ ਕੋਈ ਪ੍ਰਾਣੀ ਇਹੋ ਜਿਹੇ ਕਰਮ ਹੰਕਾਰ ਸਹਿਤ ਕਰਦੇ ਨੇ। ਖੇਦ ਬਹੁਤ ਫਲ ਥੋਰੋ ਪਾਏ, ਉਹਨਾਂ ਨੂੰ ਸਗੋਂ ਮਸ਼ੱਕਤ ਦੁੱਖ ਬਹੁਤੇ ਠਾਉਣੇ ਪੈਂਦੇ ਤੇ ਫਲ ਥੋੜਾ ਮਿਲਦਾ ਹੈ। ਨਾਸ਼ਵੰਤ ਹੋਏ ਜੇ ਸਮਦਾਏ, ਇਸ ਤਰ੍ਹਾਂ ਤਾਂ ਕਹਿੰਦੇ ਭਾਈ ਸਭ ਕੁਝ ਕੀਤਾ ਹੋਇਆ ਇਹਨਾਂ ਦਾ ਨਾਸ਼ਵੰਤ ਹੋ ਜਾਂਦਾ ਹੈ। ਅਬ ਕਲ ਯੁਗ ਕੋ ਸਮੋ ਸੋ ਆਵਾ, ਹੁਣ ਤਾਂ ਭਾਈ ਜਿਹੜਾ ਸਮਾਂ ਹੈ ਮਹਾਰਾਜ ਕਹਿੰਦੇ ਕਲ ਯੁਗ ਦਾ ਆ ਗਿਆ ਹੈ। ਜਿਸ ਕੋ ਰਾਜ ਤੇਜ ਤਿਨ ਪਾਵਾ, ਇੱਥੇ ਤਾਂ ਇਹ ਹਾਲ ਹੈ ਜਿਹਦਾ ਰਾਜ ਹੈ ਉਹਨੇ ਹੀ ਤੇਜ ਪਾ ਲਿਆ। ਤਪ ਆਦਿਕ ਸਭ ਕਰਮ ਮਹਾਨੇ, ਜੋ ਤਪ ਕਰਨੇ ਹੋਰ ਇਹੋ ਜਿਹੇ ਕਰਮ ਬਹੁਤ ਵੱਡੇ। ਗੁਰ ਸੇਵਾ ਕੇ ਹੋਇ ਨਾ ਸਮਾਨੇ,
ਇਹ ਜਾਣ ਲਓ ਕਿ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੀ ਸੇਵਾ ਦੇ ਬਰਾਬਰ ਨਹੀਂ ਹੋ ਸਕਦੇ ਉਹ ਕਰਮ। ਸਤਿਨਾਮ ਕੋ ਸਿਮਰਨ ਸਾਰ। ਫਿਰ ਬੇਣੀ ਪੰਡਤ, ਜੋ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਇਹ ਸਭ ਤੋਂ ਸਾਰ ਸ੍ਰੇਸ਼ਟ ਹੈ। ਭੁਗਤ ਮੁਕਤ ਦੇ ਮਹਿਦੋਦਾਰ। ਇਹ ਕਹਿੰਦੇ ਭੁਗਤ ਮੁਕਤ, ਭੁਗਤੀ ਸੰਸਾਰ ਦੇ ਸੁੱਖ ਪਦਾਰਥ, ਮੁਕਤੀ ਪਰਲੋਕ ਦਾ ਸੁੱਖ, ਬ੍ਰਹਮ ਦਾ ਮਿਲਾਪ, ਇਹ ਸਾਰਾ ਕੁਝ ਵੱਡਾ ਮਹਾਨ ਤੇ ਉਦਾਰ ਸੁਖਦਾਇਕ ਪ੍ਰਾਪਤ ਹੋ ਜਾਂਦਾ ਸਿਮਰਨ ਨਾਲ। ਸਿਮਰਨ ਸਰਵਨ ਭਗਤ ਵਡਿਆਈ। ਫਿਰ ਜਿਹੜਾ ਹੈ ਪਰਮੇਸ਼ਰ ਦਾ ਸਿਮਰਨ ਕਰਨਾ, ਸੁਣਨਾ, ਭਗਤੀ ਕਰਨੀ, ਇਹ ਬਹੁਤ ਵੱਡੀ ਵਡਿਆਈ ਹੈ। ਇਸ ਸਮਕਾਲ ਨਹਿ ਆਨ ਵਡਾਈ। ਇਹਦੇ ਬਰਾਬਰ ਮਹਾਰਾਜ ਕਹਿੰਦੇ ਪੰਡਤ ਬੇਣੀ ਕਲਯੁਗ ਦੇ ਵਿੱਚ ਹੋਰ ਕੋਈ ਵਡਿਆਈ ਨਹੀਂ। ਇਸ ਬਿਨ ਮੁਕਤ ਨ ਕੋ ਪਾਵੇ। ਇਹ ਵੀ ਯਾਦ ਰੱਖ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਕੋਈ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ। ਜਿਉ ਸਿਕਤਾ ਤੇ ਤੇਲ ਨ ਆਵੇ। ਜਿਵੇਂ ਮਹਾਰਾਜ ਕਹਿੰਦੇ ਜਿਹੜੇ ਕਰਮ ਹੁਣ ਜੇ ਸਿਮਰਨ ਹੈ ਨਹੀਂ ਤਾਂ ਇਹ ਇਉਂ ਹੈ ਜਿਵੇਂ ਕੋਈ ਰੇਤਾ ਪੀੜੀ ਚੱਲੇ। ਜਿਵੇਂ ਭਾਈ ਰੇਤੇ ਵਿੱਚੋਂ ਸਿਕਤਾ ਨਾਮ ਰੇਤੇ ਦਾ ਹੈ, ਮਹਾਰਾਜ ਕਹਿੰਦੇ ਬੇਣੀ ਪੰਡਤ ਜਿਵੇਂ ਰੇਤੇ ਵਿੱਚੋਂ ਤੇਲ ਨਹੀਂ ਨਾ ਨਿਕਲਦਾ ਹੈ। ਤਪ ਬ੍ਰਤ ਆਦਿਕ ਜੇ ਆਚਾਰ। ਇਹ ਕੋਈ ਇਹੋ ਜਿਹੇ ਕਠਿਨ ਤਪ ਕਰਨੇ, ਵਰਤ ਰੱਖਣੇ, ਇਹੋ ਜਿਹੇ ਜਿਹੜੇ ਆਚਰਣ ਹਨ। ਫੋਕਟ ਨਾਮ ਬਹੀਨ ਅਸਾਰ। ਇਹ ਕਹਿੰਦੇ ਇਉਂ ਜਾਣੋ ਕਿ ਨਾਮ ਤੋਂ ਬਿਨਾ ਇਹ ਸਾਰੇ ਫੋਕੇ ਹਨ, ਅਸਾਰ ਕਹੀਏ, ਇਹਨਾਂ ਦੀ ਕੋਈ ਮਹਾਨਤਾ ਨਹੀਂ। ਔਰ ਕਹਾਂ ਲਗ ਕਹੋ ਬਨਾਈ। ਤੇ ਹੋਰ ਮਹਾਰਾਜ ਕਹਿੰਦੇ ਬੇਣੀ ਪੰਡਤ ਤੈਨੂੰ ਕਿੱਥੋਂ ਕੁ ਤੱਕ ਬਣਾ ਕੇ ਦਸੀਏ। ਅਪਰ ਬਿਪਰਜੈ ਹੋਏ ਸਭ ਜਾਈ। ਜੇ ਸਿਮਰਨ ਨਹੀਂ ਕਰਦਾ ਨਾ, ਹੋਰ ਜਿੰਨੇ ਵੀ ਕਾਰਜ ਕਰਮ ਨੇ ਉਹ ਸਾਰੇ ਨਿਸ਼ਫਲ ਹੋ ਜਾਂਦੇ ਹਨ। ਸਿਮਰਹਿ ਨਾਮ ਹਰੈ ਹੰਕਾਰ। ਤੇ ਨਾਮ ਦਾ ਸਿਮਰਨ ਜਿਹੜਾ ਹੈ ਇਹ ਹੰਕਾਰ ਦਾ ਨਾਸ਼ ਕਰਦਾ ਹੈ। ਕਰਮਨ ਮਹਿ ਇਹੋ ਬਧੈ ਉਦਾਰ। ਇਹ ਸਾਰੇ ਕਰਮਾਂ ਦੇ ਵਿੱਚੋਂ ਸਿਮਰਨ ਕਰਮ ਜਿਹੜਾ ਹੈ ਉਹ ਸਭ ਤੋਂ ਮਹਾਨ ਹੈ, ਵੱਡਾ ਹੈ। ਸੋ ਹੰਕਾਰ ਹੈ ਦੂਸ਼ਣ ਮੂਲ। ਤੇ ਜਿਹੜਾ ਹੰਕਾਰ ਹੈ ਮਹਾਰਾਜ ਕਹਿੰਦੇ ਸਾਰੇ ਦੂਸ਼ਣ ਦਾ ਮੂਲ ਹੈ, ਜੜ ਹੈ ਹੰਕਾਰ। ਗਤ ਕਾਂਖੀ ਧਾਰਹਿ ਨਹਿ ਭੂਲ। ਜਿਹੜਾ ਕੋਈ ਕਾਂਖੀ, ਕਾਂਖਸ਼ਾ ਰੱਖਣ ਵਾਲਾ, ਇੱਛਾ ਰੱਖਣ ਵਾਲਾ ਮੁਕਤੀ ਦੀ, ਗਤ ਕਾਂਖੀ ਮੁਕਤੀ ਦਾ ਇੱਛਾ ਰੱਖਣ ਵਾਲਾ, ਧਾਰਹਿ ਨਹਿ ਭੂਲ, ਉਹ ਭੁੱਲ ਕੇ ਵੀ ਜਿਹੜਾ ਹੈ ਇਹੋ ਜਿਹੇ ਕਰਮ ਕਰਕੇ ਹੰਕਾਰ ਨਹੀਂ ਧਾਰਦਾ ਹੈ। ਕਿਉਂਕਿ ਮੁਕਤੀ ਕੇਵਲ ਤੇ ਕੇਵਲ ਸਿਮਰਨ ਨਾਲ ਹੋਣੀ ਹੈ। ਤੁਮ ਵਿਦਿਆ ਪਠ ਗਹੀ ਮਿਸਾਲ। ਐ ਪੰਡਤ ਤੂੰ ਵਿਦਿਆ ਪੜ੍ਹੀ ਤੇ ਵਿਦਿਆ ਪੜ੍ਹ ਕੇ ਇਹੋ ਜਿਹੀਆਂ ਇੱਛਾਵਾਂ ਕਰ ਲਈਆਂ। ਅਪਰਨ ਕਰੋ ਪ੍ਰਕਾਸ਼ ਵਿਸਾਲ। ਤਾਂ ਫਿਰ ਇਹ ਜਾਣ ਲੈ ਵੀ ਜਿਹੜੀ ਵਿਦਿਆ ਪੜ੍ਹ ਕੇ ਤੂੰ ਮਿਸਾਲ ਇੱਛਾ ਕਰ ਲਈ, ਗਿਆਨ ਦੀ ਮਿਸਾਲ ਫੜ ਲਈ ਹੈ, ਚਾਨਣ ਹੈ ਤੇਰੇ ਕੋਲ ਵਿਦਿਆ ਦਾ। ਅਪਰਨ ਕਰੋ ਪ੍ਰਕਾਸ਼ ਵਿਸਾਲ। ਤੇ ਦੂਜਿਆਂ ਨੂੰ ਹਰਾਉਣ ਵਾਸਤੇ ਨਾ ਵਰਤ, ਹੋਰਾਂ ਦੇ ਅੰਦਰ ਵੀ ਇਸ ਦਾ ਮਹਾਨ ਪ੍ਰਕਾਸ਼ ਕਰ ਵਿਦਿਆ ਦਾ। ਆਪ ਅੰਧੇਰੇ ਮਹਿ ਗਿਰ ਪਰੋ। ਪਰ ਬੇਣੀ ਪੰਡਤ ਤੂੰ ਤਾਂ ਆਪ ਹਨੇਰੇ ਵਿੱਚ ਡਿੱਗਿਆ ਹੋਇਆ ਹੈ। ਔਰਨ ਕਹੋ ਜਗਤ ਤੁਮ ਤਰੋ। ਤੇ ਹੋਰਾਂ ਨੂੰ ਕਹਿੰਦੇ ਹੋ ਵੀ ਭਾਈ ਤੁਸੀਂ ਜਗਤ ਤੋਂ ਤਰ ਜਾਵੋ। ਕੋਈ ਆਪ ਹਨੇਰੇ 'ਚ ਗਰਕਿਆ ਪਿਆ, ਹੋਰਾਂ ਨੂੰ ਜਗਤ ਤੋਂ ਤਰਨ ਦੀਆਂ ਗੱਲਾਂ ਕਰਦਾ ਹੈ। ਔਰ ਹੰਕਾਰ ਤੋਹੇ ਅਬ ਐਸੇ। ਇਸੇ ਤਰ੍ਹਾਂ ਹੀ ਤੇਰੇ ਅੰਦਰ ਬੇਣੀ ਪੰਡਤ ਹਿਰਦੇ ਵਿੱਚ ਇਹ ਵਿਦਿਆ ਦਾ ਹੰਕਾਰ ਹੈ। ਵਿਜੈ ਤਰਲੋਕੀ ਠਾਨੀ ਜੈਸੇ। ਤੇ ਜਿਸ ਤਰ੍ਹਾਂ ਤੂੰ ਵਿਜੈ ਤਰਲੋਕੀ, ਤਿੰਨਾਂ ਲੋਕਾਂ ਨੂੰ ਜਿੱਤ ਪ੍ਰਾਪਤ ਕਰਨੀ ਮਨ ਵਿੱਚ ਠਾਣੀ ਫਿਰਦਾ ਹੈ।
ਮਨ ਨਹਿ ਜੀਤਿਓ ਸ਼ਤਰੂ ਵਿਸਾਲਾ। ਪਰ ਜਿਹੜਾ ਜਿੱਤਣਾ ਸੀ ਮਨ, ਜੋ ਕਿ ਸ਼ਤਰੂ ਵਿਸਾਲਾ, ਜਿਹੜਾ ਸਭ ਤੋਂ ਵੱਡਾ ਸ਼ਤਰੂ ਹੈ, ਦੁਸ਼ਮਣ ਹੈ। ਇਹ ਛਤਰ ਸ਼ਾ ਦੇ ਨਾਲ ਆਉਂਦਾ ਨਾ, ਸ਼ਤਰੂ। ਜਦੋਂ ਬਾਣੀ ਪੜ੍ਹਦੇ ਆ, ਚੁਨ ਚੁਨ ਛਤਰ, ਇੱਥੇ ਵਿਸਰਾਮ ਹਮਾਰੇ, ਚੁਨ ਚੁਨ ਛਤਰ ਹਮਾਰੇ, ਇੱਥੇ ਮਾਰੀ ਹੈ। ਹੁਣ ਧਿਆਨ ਨਹੀਂ ਕੁਦਾਂ ਦੇ ਚੱਕੀ ਜਾਂਦੇ ਆ ਫੱਟੇ, ਚੁਨ ਚੁਨ ਛਿੱਤਰ ਹਮਾਰੇ ਮਾਰੀ, ਉਹਨੂੰ ਛਤਰ ਨੂੰ ਛਿੱਤਰ ਬਣਾ ਦਿੰਦੇ। ਬਾਣੀ ਦਾ ਕੋਈ ਧਿਆਨ ਹੀ ਨਹੀਂ ਹੈ ਦੇਖਿਆ। ਤੇ ਇਹ ਉੱਥੇ ਸ਼ਤਰੂ ਦੁਸ਼ਮਣ ਹੈ, ਉਹਦਾ ਅਰਥ ਛਿੱਤਰ ਦਾ ਹੁੰਦੇ, ਜਿਵੇਂ ਉਹ ਨਹੀਂ ਹੈ ਅਰਥ। ਚੁਨ ਚੁਨ ਛਤਰ ਹਮਾਰੇ ਮਾਰੀਐ, ਇਉਂ ਵਿਸ਼ਰਾਮ ਹਮਾਰੇ ਤੇ ਲਾ ਕੇ ਮਾਰੀਐ ਲੱਗ ਪੜਿਆ ਜਾਣਾ। ਸ਼ਤਰੂ ਵਿਸਾਲਾ ਮਨ ਨਹਿ ਜੀਤਿਓ। ਮਹਾਰਾਜ ਕਹਿੰਦੇ ਮਨ ਨਹੀਂ ਜਿੱਤਿਆ। ਬੇਣੀ ਪੰਡਤ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ। ਅਪਰ ਜੀਤ ਵੇ ਕਿਆ ਫਲ ਪਾਲਾ। ਆ ਹੋਰ ਦੱਸ ਫਿਰ ਜਿੱਤੇ ਦਾ ਕੀ ਫਲ ਪਾਲੇਗਾ। ਸਿੱਖ ਗੁਰੂ ਕੇ ਤਰੇ ਹਜ਼ਾਰੇ। ਇਧਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੇ ਜਿਹੜੇ ਸਿੱਖ ਹੈ, ਹਜ਼ਾਰਾਂ ਤਰ ਗਏ। ਸਤਿਨਾਮ ਜਪ ਨਿਰਹੰਕਾਰੇ। ਇਹ ਜੋ ਸੱਚੇ ਨਾਮ ਨੂੰ ਜਪ ਕੇ ਨਿਰਹੰਕਾਰ ਹੋ ਗਏ। ਸੁਨ ਪੰਡਤ ਨੇ ਹਿਰਦੇ ਵਿਚਾਰਾ। ਤਾਂ ਪੰਡਤ ਨੇ ਸੁਣ ਕੇ ਹਿਰਦੇ ਵਿੱਚ ਵਿਚਾਰ ਕੀਤੀ। ਵਿਦਿਆ ਮਹਿ ਹੋਵਤ ਹੰਕਾਰਾ। ਵੀ ਹਾਂ, ਵਿਦਿਆ ਦੇ ਵਿੱਚ ਤਾਂ ਇਹ ਬਹੁਤ ਵੱਡਾ ਹੰਕਾਰ ਹੋ ਜਾਂਦਾ ਹੈ। ਨਿਰਹੰਕਾਰ ਪਰਮ ਪਦ ਪਾਵੈ। ਉਹ ਜਾਣ ਗਿਆ ਹੈ ਕਿ ਪਰਮ ਪਦ ਦੀ ਪ੍ਰਾਪਤੀ ਨਿਰਹੰਕਾਰ ਹੋਏ ਤੋਂ, ਹੰਕਾਰ ਤੋਂ ਰਹਿਤ ਹੋਏ ਤੋਂ ਮਿਲਦੀ ਹੈ। ਸਤਿਨਾਮ ਜਪ ਦੋਸ਼ ਨਸਾਵੈ। ਸੱਚਾ ਨਾਮ ਜਪਣ ਦੇ ਨਾਲ ਜਿਹੜੇ ਅੰਦਰ ਦੇ ਦੋਸ਼ ਹਨ, ਇਹ ਸਾਰੇ ਦੂਰ ਹੁੰਦੇ ਨੇ, ਨੱਸਦੇ ਹਨ। ਜਾਂ ਤੇ ਜਥਾ ਜੋਗ ਗੁਰਬਾਣੀ। ਇਸ ਕਰਕੇ ਜਥਾ ਜੋਗ ਜਿੰਨਾ ਵੀ ਹੋ ਸਕਦਾ ਹੈ ਗੁਰੂ ਮਹਾਰਾਜ ਦੀ ਇਹ ਬਾਣੀ। ਮੈਂ ਪਾਵੋਂ ਕਛ ਹੋਏ ਨਿਰਮਾਨੀ। ਤੇ ਮੈਂ ਇਹ ਬਾਣੀ ਦੀ ਪ੍ਰਾਪਤੀ ਕਰਾਂ ਗੁਰੂ ਕੋਲੋਂ, ਤੇ ਜੋ ਮੈਨੂੰ ਕੁਝ ਨਿਰਮਾਣਤਾ ਸਹਿਤ ਕਰ ਦੇਵੇ। ਸ੍ਰੀ ਸਤਿਗੁਰ ਤੇ ਮਾਰਗ ਸੂਝਾ। ਤੇ ਇਉਂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦਰ ਦਾ ਇਹ ਮਾਰਗ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਸੋਝੀ ਪ੍ਰਾਪਤ ਹੋਈ। ਭਇਓ ਦੀਨ ਉਪਦੇਸ਼ੈ ਬੁੱਝਾ। ਤੇ ਫਿਰ ਇਹ ਦੀਨ ਹੋ ਗਿਆ, ਨਿਮਾਣਾ ਹੋ ਗਿਆ ਬੇਣੀ ਪੰਡਤ। ਮਹਾਰਾਜ ਤੋਂ ਪੁੱਛਦਾ, ਮਹਾਰਾਜ ਵੀ ਮੈਨੂੰ ਵੀ ਉਪਦੇਸ਼ ਦੇਵੋ। ਮੈਂ ਵਿਦਿਆ ਬਹੁ ਪਠੀ ਵਿਚਾਰੇ। ਕਹਿੰਦਾ ਮਹਾਰਾਜ ਮੈਂ ਗ੍ਰੰਥਾਂ ਦੀ ਬਹੁਤ ਵਿਦਿਆ ਪੜ੍ਹੀ ਤੇ ਵਿਚਾਰੀ। ਤਿਉਂ ਤਿਉਂ ਮਮ ਔਰ ਵਧਿਓ ਹੰਕਾਰੇ। ਪਰ ਵਿਦਿਆ ਪੜ੍ਹਦੇ ਪੜ੍ਹਦੇ ਤਿਉਂ ਤਿਉਂ ਮੇਰੇ ਮਨ ਵਿੱਚ ਹੰਕਾਰ ਵੱਧ ਗਿਆ। ਜਾਂ ਤੇ ਹਰ ਕੀ ਭਗਤ ਨਾ ਹੋਈ। ਇਸ ਕਰਕੇ ਪਰਮੇਸ਼ਰ ਦੀ ਭਗਤੀ ਨਹੀਂ ਮੇਰੇ ਕੋਲੋਂ ਹੋਈ। ਕਰਤ ਰਹਿਓ ਖਟ ਕਰਮ ਮਹਿ ਜੋਈ। ਮੈਂ ਤਾਂ ਜਿਹੜੇ 6 ਕਰਮ ਨੇ ਉਹੀ ਕਰਦਾ ਰਿਹਾ ਮਹਾਰਾਜ। ਚਰਚਾ ਕਰ ਮਿਥਿਆ ਅਭਿਮਾਨੀ। ਇਹ ਮੈਂ ਚਰਚਾ ਕਰ ਕਰਕੇ ਜਿਹੜਾ ਮਿਥਿਆ ਝੂਠਾ ਅਭਿਮਾਨ ਹੈ, ਅਭਿਮਾਨੀ ਬਣ ਗਿਆ। ਸਤ ਸੰਗਤ ਪ੍ਰਭ ਗਤ ਨਹਿ ਜਾਨੀ। ਹੇ ਪਰਮੇਸ਼ਰ ਸਤਿਗੁਰੂ ਜੀ, ਸਤਸੰਗ ਕਰਨੀ ਗੁਰੂ ਦੀ, ਇਹਦੀ ਕੀ ਮਹਾਨਤਾ, ਇਹਦੇ ਬਾਰੇ ਇਹਦੀ ਗਤ ਨਹੀਂ ਮੈਂ ਜਾਣ ਸਕਿਆ। ਤੁਮਰੇ ਬਚ ਪ੍ਰਤਾਪ ਮੈਂ ਜਾਣਿਓ। ਤੁਹਾਡੇ ਬਚਨਾਂ ਦੇ ਪ੍ਰਤਾਪ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਹੁਣ ਇਹ ਗੱਲ ਜਾਣ ਗਿਆ। ਆਪਨੋ ਹਿਰਦਾ ਦਰਵਤ ਪਹਿਚਾਨਿਓ। ਤੇ ਆਪਣਾ ਜਿਹੜਾ ਹਿਰਦਾ ਹੈ ਹੁਣ ਮੈਂ ਇਹ ਪਹਿਚਾਣ ਲਿਆ ਵੀ ਉਹ ਦਰਵੀ ਭੂਤ ਹੋ ਗਿਆ। ਜਿਵੇਂ ਤਰਲ ਬਣ ਜਾਣਾ, ਕੋਈ ਠੋਸ ਚੀਜ਼ ਤੋਂ ਦਰਵ ਹੋ ਜਾਣਾ, ਇਉਂ ਹਿਰਦਾ ਜਿਹੜਾ ਇਹ ਮੈਂ ਪਹਿਚਾਣ ਲਿਆ। ਅੰਦਰੋਂ ਮਹਾਰਾਜ ਦੀ ਕਿਰਪਾ ਸਤਸੰਗ ਦੀ ਹੁੰਦੀ ਹੈ, ਹਿਰਦਾ ਦਰਵੀ ਭੂਤ ਹੋ ਜਾਂਦਾ ਹੈ। ਇਹ ਕਹਿੰਦਾ ਮਹਾਰਾਜ ਮੈਂ ਦਰਵਤ ਹਿਰਦਾ ਆਪਣਾ ਪਹਿਚਾਣਿਆ ਹੈ। ਕਰਨਾ ਕਰ ਦੇਵੋ ਉਪਦੇਸ਼। ਤਾਂ ਕਿਰਪਾ ਕਰੋ ਹੁਣ ਮਹਾਰਾਜ ਜੀ, ਮੈਨੂੰ ਉਪਦੇਸ਼ ਦੇਵੋ।
ਕਾਟੋ ਮੇਰੇ ਮਹਾ ਕਲੇਸ਼। ਤੇ ਜਿਹੜੇ ਹੁਣੇ ਬੰਦਰ ਮਹਾ ਕਲੇਸ਼ ਨੇ, ਹੰਕਾਰ ਹੋਇਆ, ਵਿਦਿਆ ਦਾ ਅਭਿਮਾਨੀ ਬਣ ਜਾਣਾ, ਇਹ ਗੁਰਮੁਖੋ ਵੱਡੇ ਕਲੇਸ਼ ਹੈ ਅੰਦਰ ਦੇ। ਜਿਵੇਂ ਬਾਹਰ ਕਲੇਸ਼ ਪੈ ਜਾਂਦਾ, ਆਪਾਂ ਕਹਿੰਦੇ ਫਲਾਣੇ ਦੇ ਘਰ 'ਚ ਕਲੇਸ਼ ਰਹਿੰਦਾ ਹੈ, ਤੇ ਉਹ ਕਲੇਸ਼ ਵਾਲਾ ਘਰ ਦੇਖੋ ਕਿੰਨਾ ਦੁਖੀ ਹੁੰਦਾ ਹੈ। ਉੱਥੇ ਹਰ ਸਮੇਂ ਜਿਹੜੇ ਘਰ ਵਿੱਚ ਕਲੇਸ਼ ਹੋਵੇ ਮਾੜਾ ਹੀ ਹੈ। ਤੇ ਜਿਹੜੇ ਗੁਰਮੁਖੋ ਹਿਰਦੇ 'ਚ ਕਲੇਸ਼ ਪੈ ਜੇ, ਹਿਰਦੇ ਰੂਪੀ ਘਰ ਵਿੱਚ, ਫਿਰ ਉਹ ਸਰੀਰ ਕਿਵੇਂ ਸੁਖਦਾਇਕ ਹੋ ਸਕਦਾ ਹੈ, ਉਹ ਪ੍ਰਾਣੀ ਨੂੰ ਚੈਨ ਕਿਵੇਂ ਆ ਸਕਦਾ ਹੈ। ਇਸ ਕਰਕੇ ਜਿਹੜੇ ਹਿਰਦੇ ਦੇ ਕਲੇਸ਼ ਹਨ, ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕੀਤੀ ਪੰਡਤ ਬੇਣੀ ਨੇ ਕਿ ਮਹਾਰਾਜ ਜੀ ਉਹ ਕਿਰਪਾ ਕਰਕੇ ਕੱਟ ਦੇਵੋ, ਜਿਸ ਤੇ ਮੇਰੋ ਮਨ ਸੁਧ ਹੋਏ। ਕਿਰਪਾ ਕਰੋ ਮੇਰੇ ਤੇ ਮਹਾਰਾਜ, ਜਿਸ ਕਰਕੇ ਜਿਹੜਾ ਮੇਰਾ ਮਨ ਹੈ ਇਹ ਸ਼ੁੱਧ ਹੋ ਜੇ, ਪਵਿੱਤਰ ਹੋ ਜੇ। ਇਹਦੇ ਅੰਦਰ ਜਿਹੜੀ ਵਿਕਾਰਾਂ ਰੂਪੀ ਮੈਲ ਹੈ, ਹਉਮੈ ਈਰਖਾ ਦੀ ਮੈਲ ਹੈ, ਆਪਣੇ ਵੱਡ ਪੁਣੇ ਵਿਦਿਆ ਦੇ ਮਾਨ ਦੀ ਮੈਲ ਹੈ, ਇਹ ਮਹਾਰਾਜ ਦੂਰ ਹੋ ਜਾਵੇ। ਕਿਰਪਾ ਕਰੋ ਸਿੱਖਿਆ ਦੇਹੁ ਸੋਏ। ਕਿਰਪਾ ਕਰਕੇ ਮਹਾਰਾਜ ਮੈਨੂੰ ਐਸੀ ਸਿੱਖਿਆ ਦੇਵੋ ਜੀ। ਬੇਨੀ ਕੀ ਬੇਨਤੀ ਸੁਨ ਸਰੋਨ। ਸਤਿਗੁਰੂ ਜੀ ਨੇ ਆਪਣੇ ਕੰਨੀ ਪੰਡਤ ਬੇਣੀ ਦੀ ਫਿਰ ਇਹ ਬੇਨਤੀ ਸੁਣੀ। ਬੋਲੇ ਸਤਿਗੁਰ ਕਰਨਾ ਭੌਨ। ਕਰਨਾ ਭੌਨ। ਗੁਰੂ ਗਰੀਬ ਨਵਾਜ ਕਿਰਪਾ ਦੇ ਘਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਿਰਿਓ ਬਚਨ ਕਹੇ, ਜਿਸ ਤੇ ਮਨ ਵਿਕਾਰ ਕਰ ਨਾਸ। ਉਹ ਬਚਨ ਭਾਈ ਜਿਹਦੇ ਨਾਲ ਜਿਹੜੇ ਮਨ ਦੇ ਵਿਕਾਰ ਨੇ ਉਹ ਨਾਸ਼ ਕਰ ਦਿੱਤੇ। ਹੋਇ ਵਿਸਾਲ ਸ਼ੁਭ ਹਿਰਦੈ ਪ੍ਰਕਾਸ਼। ਐਸੇ ਮਹਾਰਾਜ ਨੇ ਬਚਨ ਕਹੇ ਜਿਹਦੇ ਨਾਲ ਭਾਈ ਮਹਾਨ ਸ਼ੁਭ ਹਿਰਦੇ ਵਿੱਚ ਪ੍ਰਕਾਸ਼, ਗਿਆਨ, ਚਾਨਣ, ਪ੍ਰਕਾਸ਼ ਹੋ ਸਕੇ। ਉਹ ਬਚਨ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਸ਼ਬਦ ਰਾਹੀਂ ਉਪਦੇਸ਼ ਦਿੱਤਾ, ਜੋ ਰਾਗ ਮਲਾਰ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਹੈ। ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ, ਕਿ ਇਹੋ ਮਨ ਅਵਰਨ ਸਦਾ ਅਬਿਨਾਸੀ। ਇਹ ਸ਼ਬਦ ਰਾਹੀਂ ਮਹਾਰਾਜ ਨੇ ਉਪਦੇਸ਼ ਦਿੱਤਾ। ਤੇ ਉਹ ਸ਼ਬਦ ਵਿੱਚ ਕੀ ਉਪਦੇਸ਼ ਹੈ ਜਿਹੜਾ ਬੇਣੀ ਪੰਡਤ ਨੂੰ ਦਿੱਤਾ? ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਹੁੰਦਾ ਪ੍ਰਥਾਏ ਹੈ, ਪੰਡਤ ਬੇਣੀ ਨੂੰ ਉਪਦੇਸ਼ ਦਿੱਤਾ, ਪਰ ਸਾਰੇ ਹੀ ਜਗਤ ਨੂੰ ਉਪਦੇਸ਼ ਹੈ ਇਹ। ਤੇ ਆਪਾਂ ਉਹ ਉਪਦੇਸ਼ ਵਿਚਾਰਾਂਗੇ। ਹੁਣ ਟਾਈਮ ਲਗਭਗ ਸਮਾਪਤੀ ਦਾ ਹੋ ਗਿਆ, ਇਸ ਕਰਕੇ ਸ਼ਬਦ ਵਿਚਾਰ ਕੱਲ ਨੂੰ ਨਾਲ ਹੋਵੇਗੀ ਇਤਿਹਾਸ ਦੇ ਵਿਚਾਰ ਦੇ। ਇੱਥੋਂ ਕੱਲ ਆਪਾਂ ਕਥਾ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।